आशा रखी चित में, मेरा सबो दुख गवाए जियो। वाणी गुरु गुरु है वाणी, विच बाणी अमृत सारे। गुर बाणी कहे सेवक जन मानै, परतख गुरु निस्तारे। गुर बाणी कहे सेवक जन मानै, परतख गुरु निस्तारे। धन वाहिगुरु साहिब जी। महला पहला। मिट्टी मुसलमान की पेड़ै पई कुम्हार, घड़ भांडे इट्टां कीआं, जलदी करे पुकार। मिट्टी मुसलमान की पेड़ै पई कुम्हार, घड़ भांडे इट्टां कीआं, जलदी करे पुकार। जाल जाल रोवै बपुड़ी, झाड़ झाड़ पवै अंगियार। नानक जिन करतै कारण किया, सो जानै करतार। नानक जिन करतै कारण किया, सो जानै करतार। वाहिगुरु जी का खालसा, वाहिगुरु जी की फतेह। परम सन्मानयोग धन धन शब्द गुरु साहिब श्री गुरु ग्रंथ साहब सच्चे पातशाह जी महाराज, तिन्हां दी पावन हजूरी दे अंदर शामां वेले दे इन्हां दीवानां विच हाज़रियां भर रहे समूह सत्कारयोग सतसंगी जनों, सतगुरां जी दी अपार बख्शिश किरपा रहमत दे सदका असीं सारे ही सतगुरु जी दे पावन दरबार अंदर सज बैठ के सतगुरु जी की इलाही बाणी का कीर्तन बड़े प्यार अते सत्कार दे नाल श्रवण कर रहे सी। हुण कुछ क समा प्राप्त होया है आप जी दे नाल सतगुरु जी की बाणी दे विचार साझे करन दा। अज दा जिहड़ा पावन श्लोक पाठ दे रूप विच मैं आप संगत नाल साझा कीता है। ये पावन श्लोक धन गुरु नानक साहब सच्चे पातशाह महाराज जी ने उच्चारण किया है। अते इस पावन श्लोक का पाठ असी हर रोज़ अपने घरां दे विच टीवी के माध्यम राहीं
ਅਤੇ ਗੁਰਦੁਆਰੇ ਵਿੱਚ ਜਦੋਂ ਸਵੇਰ ਵੇਲੇ ਆਸਾ ਜੀ ਕੀ ਵਾਰ ਬਾਣੀ ਦਾ ਕੀਰਤਨ ਕੀਤਾ ਜਾਂਦਾ ਹੈ, ਉਦੋਂ ਅਸੀਂ ਇਸ ਸ਼ਲੋਕ ਦਾ ਪਾਠ ਸ਼ਰਵਣ ਕਰਦੇ ਹਾਂ। ਇਹ ਪਾਵਨ ਸ਼ਲੋਕ ਆਸਾ ਜੀ ਕੀ ਵਾਰ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 6 ਨੰਬਰ ਪੌੜੀ ਦੇ ਅਧੀਨ ਦੂਜੇ ਸ਼ਲੋਕ ਦੇ ਵਿੱਚ ਦਰਜ ਕੀਤਾ ਹੈ। ਗੁਰਦੇਵ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਤੋਂ ਪਿਛਲੇ ਸ਼ਲੋਕ ਦੇ ਵਿੱਚ ਜਿਹੜੀ ਗੱਲਬਾਤ, ਜਿਹੜੀ ਵਿਚਾਰ ਸਾਡੇ ਨਾਲ ਸਾਂਝੀ ਕਰਦੇ ਸਨ, ਉਸੇ ਵਿਚਾਰ ਨੂੰ ਮਹਾਰਾਜ ਅੱਗੇ ਇਸ ਸ਼ਲੋਕ ਵਿੱਚ ਦੁਹਰਾ ਰਹੇ ਨੇ। ਉਸੇ ਵਿਚਾਰ ਨੂੰ ਸਤਿਗੁਰੂ ਜੀ ਇਸ ਸ਼ਲੋਕ ਵਿੱਚ ਫਿਰ ਸਾਡੇ ਨਾਲ ਸਾਂਝੀ ਕਰ ਰਹੇ ਨੇ। ਜਦੋਂ ਅਸੀਂ ਇਸ ਤੋਂ ਪਿਛਲਾ ਸ਼ਲੋਕ ਪੜ੍ਹੀਏ ਤੇ ਮਹਾਰਾਜ ਕਹਿੰਦੇ ਸਨ, ਮੁਸਲਮਾਨਾਂ ਸਿਫਤ ਸ਼ਰੀਅਤ ਪੜ੍ਹ ਪੜ੍ਹ ਕਰੈ ਵਿਚਾਰ, ਬੰਦੇ ਸੇ ਜੇ ਪਵੈ ਵਿੱਚ ਬੰਦੀ, ਦੇਖਣ ਕਉ ਦੀਦਾਰ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਨ, ਮੁਸਲਮਾਨਾਂ ਦੀ ਇੱਕ ਮਰਿਆਦਾ ਹੈ। ਮੁਸਲਮਾਨ ਉਹੀ ਅਸਲ ਵਿੱਚ ਗਿਣਿਆ ਜਾਂਦਾ ਹੈ ਜਿਹੜਾ ਸ਼ਰ੍ਹਾ ਦੀ ਬੰਦਿਸ਼ ਵਿੱਚ ਪੈ ਜਾਂਦਾ ਹੈ। ਸ਼ਰ੍ਹਾ ਇੱਕ ਉਹਨਾਂ ਦੀ ਧਾਰਮਿਕ ਪੁਸਤਕ ਹੈ ਜਿਸ ਦੇ ਮੁਤਾਬਕ ਮੁਸਲਮਾਨ ਆਪਣਾ ਨਿੱਤ ਦਾ ਧਰਮੋ ਕਰਮ ਨਿਭਾਉਂਦੇ ਨੇ। ਇਹ ਮਰਿਆਦਾ ਹੈ ਉਹਨਾਂ ਦੀ। ਉਹਨਾਂ ਦੇ ਧਰਮ ਦੇ ਜਿੰਨੇ ਵੀ ਕੋਡ ਆਫ ਕੰਡਕਟ ਹਨ, ਉਹ ਸਾਰੇ ਉਹਨਾਂ ਦੀ ਸ਼ਰ੍ਹਾ ਦੇ ਵਿੱਚ ਦਰਜ ਕੀਤੇ ਹੋਏ ਨੇ। ਜਿਵੇਂ ਸਾਡੀ ਸਿੱਖ ਰਹਿਤ ਮਰਿਆਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਛਪਦੀ ਹੈ, ਉਹਦੇ ਵਿੱਚ ਕੱਲੀ ਕੱਲੀ ਚੀਜ਼ ਬਾਰੇ ਸਾਨੂੰ ਦੱਸਿਆ ਗਿਆ ਹੈ। ਅੰਮ੍ਰਿਤ ਸੰਸਕਾਰ ਦੀ ਕੀ ਵਿਧੀ ਹੈ, ਨਾਮ ਸੰਸਕਾਰ ਦੀ ਕੀ ਵਿਧੀ ਹੈ, ਮ੍ਰਿਤਕ ਸੰਸਕਾਰ ਦੀ ਕੀ ਵਿਧੀ ਹੈ, ਪੰਥ ਕੀ ਹੁੰਦਾ ਹੈ, ਰਹਿਣੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਗੁਰਦੁਆਰੇ ਵਿੱਚ ਕਿਹੜੀ ਕਿਹੜੀ ਮਨਮਤ ਕੀਤੀ ਜਾਂਦੀ ਹੈ, ਨਹੀਂ ਕਰਨੀ ਚਾਹੀਦੀ, ਕੜਾਹ ਪ੍ਰਸ਼ਾਦ ਦੀ ਵਿਧੀ ਕੀ ਹੈ, ਗੁਰਦੁਆਰੇ ਵਿੱਚ ਕਿੰਨਾ ਕਿੰਨਾ ਬਾਣੀਆਂ ਦਾ ਕੀਰਤਨ ਕੀਤਾ ਜਾਂਦਾ ਹੈ। ਇਹ ਸਾਰੀ ਗੱਲਬਾਤ ਸਾਡੀ ਸਿੱਖ ਰਹਿਤ ਮਰਿਆਦਾ ਵਿੱਚ ਲਿਖੀ ਹੋਈ ਹੈ, ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਛਪਦੀ ਹੈ ਅਤੇ ਪੰਥ ਪ੍ਰਵਾਨਿਤ ਹੈ। ਇਹ ਮਰਿਆਦਾ ਸਾਡੇ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਲਾਗੂ ਹੈ। ਇਸੇ ਮਰਿਆਦਾ ਦੇ ਮੁਤਾਬਕ ਨਿਤਨੇਮ ਕੀਤਾ ਜਾਂਦਾ ਹੈ। ਇਸੇ ਮਰਿਆਦਾ ਦੇ ਮੁਤਾਬਕ ਸਿੱਖ ਆਪਣੇ ਨਿੱਤ ਦਾ ਜਿਹੜਾ ਜੀਵਨ ਹੈ ਉਹਨੂੰ ਬਤੀਤ ਕਰਦਾ ਹੈ। ਪਿਛਲੇਰੇ ਸ਼ਲੋਕ ਵਿੱਚ ਸਤਿਗੁਰੂ ਜੀ ਕਹਿੰਦੇ ਨੇ, ਬੰਦੇ ਸੇ ਜੇ ਪਵੈ ਵਿੱਚ ਬੰਦੀ, ਵੇਖਣ ਕਉ ਦੀਦਾਰ। ਮੁਸਲਮਾਨ ਕਹਿੰਦਾ ਹੈ ਅਸਲ ਵਿੱਚ ਬੰਦਾ ਹੀ ਉਹ ਹੈ ਜਿਹੜਾ ਸ਼ਰ੍ਹਾ ਦੀ ਬੰਦਿਸ਼ ਵਿੱਚ ਆਣ ਕੇ ਤੇ ਕੰਮ ਕਰਦਾ ਹੈ। ਹੁਣ ਸ਼ਰ੍ਹਾ ਇੱਕ ਉਹਨਾਂ ਦੇ ਧਰਮ ਦੀ ਮਰਿਆਦਾ ਹੈ, ਜਿਹਦੇ ਮੁਤਾਬਕ ਮੁਸਲਮਾਨ ਬਣਨ ਵਾਸਤੇ ਦਾੜੀ ਰੱਖੀ ਜਾਂਦੀ ਹੈ, ਮੁੱਛਾਂ ਕਟਾਈਆਂ ਜਾਂਦੀਆਂ ਨੇ, 5 ਵਕਤ ਦੀਆਂ ਨਮਾਜ਼ਾਂ ਪੜ੍ਹੀਆਂ ਜਾਂਦੀਆਂ ਨੇ। ਇਹ ਉਹਨਾਂ ਦੇ ਧਰਮ ਦੇ ਅਸੂਲ ਨੇ, ਇਹ ਉਹਨਾਂ ਦੇ ਧਰਮ ਦੇ ਕੁਝ ਨਿਯਮ ਨੇ। ਫਿਰ ਇਸੇ ਦੇ ਤਹਿਤ ਇੱਕ ਨਿਯਮ ਉਹਨਾਂ ਨੇ ਆਪਣੇ ਧਰਮ ਦਾ ਇਹ ਬਣਾਇਆ ਵੀ ਜਦੋਂ ਮੁਰਦਾ ਘਰ ਵਿੱਚ ਪਿਆ ਹੋਵੇ, ਕੋਈ ਬੰਦਾ ਮਰ ਜਾਵੇ ਤੇ ਉਹਨੂੰ ਸਾੜਿਆ ਨਹੀਂ ਜਾਂਦਾ, ਉਹਨੂੰ ਦਫਨਾਇਆ ਜਾਂਦਾ ਹੈ। ਇਹ ਵੀ ਉਹਨਾਂ ਦੇ ਧਰਮ ਦੀ ਇੱਕ ਮਰਿਆਦਾ ਹੈ, ਇਹ ਵੀ ਉਹਨਾਂ ਦੇ ਧਰਮ ਦਾ ਇੱਕ ਨਿਯਮ ਹੈ। ਸਾਡੇ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਤੇ ਪ੍ਰਾਣੀ ਦੇ ਚੜ੍ਹਾਈ ਕਰਨ ਵਕਤ ਉਹਨੂੰ ਦਫਨਾਇਆ ਨਹੀਂ ਜਾਂਦਾ। ਸਾਡੇ ਲੱਕੜਾਂ ਚਿਣ ਕੇ ਤੇ ਉਹਦਾ ਸੰਸਕਾਰ ਕਰ ਦਿੱਤਾ ਜਾਂਦਾ ਹੈ, ਉਹਨੂੰ ਅੱਗ ਦੇ ਵਿੱਚ ਸਾੜ ਦਿੱਤਾ ਜਾਂਦਾ ਹੈ। ਕੁਝ ਇਸ ਧਰਤੀ 'ਤੇ ਉਹ ਵੀ ਧਰਮ ਹੈਗੇ ਨੇ ਜਿਹੜੇ ਨਾ ਤਾਂ ਮੁਰਦੇ ਨੂੰ ਸਾੜਦੇ ਨੇ ਤੇ ਨਾ ਹੀ ਉਹਨੂੰ ਜ਼ਮੀਨ ਦੇ ਵਿੱਚ ਦਫਨਾਉਂਦੇ ਨੇ, ਉਹ ਪਾਣੀ ਦੇ ਵਿੱਚ ਸੁੱਟ ਦਿੰਦੇ ਨੇ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਬੜਾ ਪਿਆਰਾ ਸ਼ਲੋਕ ਆਪਣੀ ਮੁਬਾਰਕ ਪਾਵਨ ਰਸਨਾ ਤੋਂ ਸਾਡੇ ਨਾਲ ਸਾਂਝਾ ਕੀਤਾ। ਸਤਿਗੁਰੂ ਜੀ ਕਹਿੰਦੇ, ਇੱਕ ਦਜੈ ਕੁਝ ਲੋਕ ਇਸ ਧਰਤੀ 'ਤੇ ਉਹ ਨੇ ਜਿਹੜੇ ਮੁਰਦੇ ਨੂੰ ਜ਼ਮੀਨ ਵਿੱਚ ਦੱਬਦੇ ਨੇ। ਜਿਵੇਂ ਈਸਾਈ ਧਰਮ ਹੈ, ਈਸਾਈ ਧਰਮ ਦੇ ਲੋਕ ਵੀ ਮੁਰਦੇ ਨੂੰ ਜ਼ਮੀਨ ਦੇ ਵਿੱਚ ਦਫਨਾਉਂਦੇ ਨੇ, ਉਹ ਸਾੜਦੇ ਨਹੀਂ। ਮੁਸਲਮਾਨ ਵੀਰ ਵੀ ਮੁਰਦੇ ਨੂੰ ਜ਼ਮੀਨ ਦੇ ਵਿੱਚ ਦਫਨਾਉਂਦੇ ਨੇ, ਉਹਦੀ ਕਬਰ ਤਿਆਰ ਕੀਤੀ ਜਾਂਦੀ ਹੈ, ਉਹ ਸਾੜਦੇ ਨਹੀਂ। ਉਹਨਾਂ ਦੇ ਪਿੱਛੇ ਉਹਨਾਂ ਦੇ ਧਰਮ ਦੀ ਮਰਿਆਦਾ ਕੰਮ ਕਰਦੀ ਹੈ। ਅਸਲ ਵਿੱਚ ਸਾਧ ਸੰਗਤ ਜਦੋਂ ਕੋਈ ਵੀ ਮਰਿਆਦਾ ਕਿਤੇੋਂ ਵੀ ਸ਼ੁਰੂ ਹੁੰਦੀ ਹੈ ਨਾ,
ਉਹਦੇ ਪਿੱਛੇ ਕਰਮ ਕੋਈ ਹੋਰ ਹੁੰਦਾ ਹੈ, ਪਰ ਸਮਾਂ ਪਾ ਕੇ ਉਹਦਾ ਰੂਪ ਬਦਲ ਦਿੱਤਾ ਜਾਂਦਾ ਹੈ। ਉਹ ਧਰਮ ਦਾ ਇੱਕ ਹਿੱਸਾ ਬਣ ਜਾਂਦੀ ਹੈ। ਜਿਵੇਂ ਮੈਂ ਇੱਕ ਤੁਹਾਡੇ ਨਾਲ ਐਗਜ਼ਾਮਪਲ ਸਾਂਝੀ ਕਰਦਾ। ਇਸਲਾਮ ਜਿਹੜਾ ਸੀ ਇਹ ਅਰਬ ਕੰਟਰੀਆਂ ਦੇ ਵਿੱਚੋਂ ਪੈਦਾ ਹੋਇਆ ਸੀ, ਅਤੇ ਅਰਬ ਕੰਟਰੀਆਂ ਜਿਹੜੀਆਂ ਸਨ ਇਹਨਾਂ ਦਾ ਬਹੁਤਾ ਇਲਾਕਾ ਥਾਂ ਜਿਹੜਾ ਸੀ ਉੱਥੋਂ ਦਾ ਉਹ ਰੇਤਲਾ ਸੀ। ਅੱਜ ਵੀ ਉੱਥੇ ਬਹੁਤ ਸਾਰੀ ਰੇਤ ਹੈ। ਗਰਮੀ ਸਾਡੇ ਨਾਲੋਂ ਅਰਬ ਕੰਟਰੀਆਂ ਦੇ ਵਿੱਚ ਦੁਬਈ ਵਰਗੇ ਮੁਲਕਾਂ ਦੇ ਵਿੱਚ ਵੱਧ ਪੈਂਦੀ ਹੈ। ਸੁਭਾਵਿਕ ਜਿਹੀ ਗੱਲ ਹੈ, ਜਿੱਥੇ ਵੱਧ ਰੇਤ ਹੋਵੇ ਉੱਥੇ ਰੁੱਖਾਂ ਦੀ ਬੜੀ ਘਾਟ ਹੁੰਦੀ ਹੈ। ਉੱਥੇ ਰੁੱਖ ਨਹੀਂ ਹੁੰਦੇ, ਉੱਥੇ ਹਰਿਆਲੀ ਨਹੀਂ ਹੁੰਦੀ, ਕਿਉਂਕਿ ਰੁੱਖਾਂ ਦਾ ਸੰਬੰਧ ਪਾਣੀ ਨਾਲ ਹੈ। ਜਿੱਥੇ ਪਾਣੀ ਦੀ ਅਣਹੋਂਦ ਹੈ, ਜਿੱਥੇ ਪਾਣੀ ਦੀ ਕਮੀ ਹੈ, ਉੱਥੇ ਰੁੱਖ ਨਹੀਂ ਹੋਏਗਾ। ਇਸੇ ਕਰਕੇ ਮੁਰਦੇ ਨੂੰ ਸਾੜਿਆ ਨਹੀਂ ਸੀ ਜਾਂਦਾ, ਉਹਨੂੰ ਜ਼ਮੀਨ ਦੇ ਵਿੱਚ ਦਫਨਾਇਆ ਜਾਂਦਾ ਸੀ, ਕਿਉਂਕਿ ਧਰਮ ਉਹਨਾਂ ਕੰਟਰੀਆਂ ਵਿੱਚੋਂ ਪੈਦਾ ਹੋਇਆ ਸੀ। ਪਰ ਹੌਲੀ ਹੌਲੀ ਕਰਕੇ ਇਹ ਚੀਜ਼ ਧਰਮ ਦੀ ਮਰਿਆਦਾ ਬਣ ਗਈ। ਇਹ ਚੀਜ਼ ਉਹਨਾਂ ਨੇ ਆਪਣੇ ਵਿੱਚ ਪੱਕੀਆਂ ਕਰ ਲਈ ਵੀ ਜਦੋਂ ਵੀ ਕੋਈ ਮੁਰਦਾ ਮਰਦਾ ਹੈ ਉਹਨੂੰ ਦਫਨਾਇਆ ਜਾਏਗਾ, ਉਹਨੂੰ ਸਾੜਿਆ ਨਹੀਂ ਜਾਏਗਾ। ਫਿਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਵੱਖਰਾ ਇੱਕ ਖਿਆਲ ਅਖਤਿਆਰ ਕੀਤਾ। ਉਹ ਖਿਆਲ ਇੱਦਾਂ ਦਾ ਸੀ, ਕਹਿੰਦੇ ਵੀ ਜਦੋਂ ਮੁਰਦੇ ਨੂੰ ਜ਼ਮੀਨ ਦੇ ਵਿੱਚ ਦਫਨਾਇਆ ਜਾਂਦਾ ਹੈ ਨਾ, ਇੱਕ ਦਿਨ ਇਸ ਧਰਤੀ 'ਤੇ ਕਿਆਮਤ ਦਾ ਦਿਨ ਆਏਗਾ ਅਤੇ ਹਜ਼ਰਤ ਮੁਹੰਮਦ ਸਾਹਿਬ ਸਾਰੇ ਮੁਰਦਿਆਂ ਨੂੰ ਜ਼ਮੀਨਾਂ ਦੇ ਵਿੱਚੋਂ ਉਠਾ ਕੇ ਅਤੇ ਆਪਣੇ ਨਾਲ ਸਵਰਗਾਂ ਵਿੱਚ ਲੈ ਜਾਣਗੇ, ਪਿਸ਼ਤ ਵਿੱਚ ਲੈ ਜਾਣਗੇ। ਇਹ ਉਹਨਾਂ ਦੇ ਧਰਮ ਵਿੱਚ ਗੱਲ ਅੱਜ ਵੀ ਮੰਨੀ ਜਾਂਦੀ ਹੈ। ਅਤੇ ਜੇ ਕੋਈ ਮੁਸਲਮਾਨ ਦਾ ਸੰਸਕਾਰ ਕਰ ਦੇਵੇ, ਉਹਨੂੰ ਸਾੜ ਦੇਵੇ, ਉਹ ਕਹਿੰਦੇ ਨੇ ਇਹ ਬੜੀ ਵੱਡੀ ਇੱਕ ਬੱਜਰ ਸਾਡੇ ਕੋਲੋਂ ਗਲਤੀ ਹੋਈ ਹੈ। ਮੁਸਲਮਾਨ ਨੂੰ ਸਾੜਿਆ ਨਹੀਂ ਜਾਂਦਾ, ਮੁਸਲਮਾਨ ਨੂੰ ਜ਼ਮੀਨ 'ਚ ਦਫਨਾਇਆ ਹੀ ਜਾਂਦਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇੱਕ ਦੱਜਾਂ ਇੱਕ ਦਬੀਆਂ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸਟੀਆਂ, ਇੱਕ ਭੀ ਫਿਰ ਹੱਸਣ ਪਾਹੇ। ਹੱਸਣ ਦਾ ਮਤਲਬ ਹੈ ਪਾਰਸੀ ਲੋਕ ਮੁਰਦੇ ਨੂੰ ਖੂਹ ਦੇ ਉੱਤੇ ਰੱਖਦੇ ਨੇ, ਉਹਨਾਂ ਦੀ ਮਰਿਆਦਾ ਸਾਡੇ ਨਾਲੋਂ ਵੱਖਰੀ ਹੈ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇੱਕ ਉਹ ਨੇ ਜਿਹੜੇ ਮੁਰਦੇ ਨੂੰ ਖੂਹ ਦੇ ਉੱਪਰ ਰੱਖ ਦਿੰਦੇ ਨੇ, ਉੱਪਰੋਂ ਇੱਲਾਂ ਆਉਂਦੀਆਂ ਨੇ, ਗਿਰਜਾਂ ਆਉਂਦੀਆਂ ਨੇ ਅਤੇ ਮੁਰਦੇ ਦੇ ਮਾਸ ਨੂੰ ਨੋਚ ਕੇ ਅਤੇ ਖਾ ਜਾਂਦੀਆਂ ਨੇ। ਉਹਨਾਂ ਦੇ ਧਰਮ ਦੀ ਮਰਿਆਦਾ ਤਾਂ ਇੱਦਾਂ ਦੀ ਹੈ ਵੀ ਜਦੋਂ ਪੂਰੇ ਤਰੀਕੇ ਨਾਲ ਮੁਰਦਾ ਖਾਧਾ ਜਾਵੇ, ਇੱਲਾਂ ਉਹਦਾ ਮਾਸ ਨੋਚ ਲੈਣ ਅਤੇ ਉਦੋਂ ਬਾਅਦ ਹੀ ਉਸ ਬੰਦੇ ਦੀ ਗਤੀ ਹੁੰਦੀ ਹੈ। ਇਹ ਮਰਿਆਦਾ ਉਹਨਾਂ ਦੇ ਧਰਮ ਦੀ ਹੈ। ਫਿਰ ਇਹ ਸਾਰੀਆਂ ਗੱਲਾਂ ਬਾਤਾਂ ਕਰਕੇ ਅਖੀਰ 'ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਾਨਕ ਈਮ ਨਾ ਜਾਪਈ, ਕਿੱਥੇ ਜਾਏ ਸਮਾਏ। ਇੱਕ ਨੇ ਧਰਤੀ ਵਿੱਚ ਦਫਨਾਇਆ, ਇੱਕ ਨੇ ਅੱਗ ਲਾ ਦਿੱਤੀ, ਇੱਕ ਨੇ ਖੂਹ ਦੇ ਉੱਤੇ ਰੱਖ ਦਿੱਤਾ, ਇੱਕ ਨੇ ਕੁੱਤਿਆਂ ਦੇ ਹਵਾਲੇ ਸਰੀਰ ਨੂੰ ਕਰ ਦਿੱਤਾ। ਵੱਖ-ਵੱਖ ਧਰਮਾਂ ਦੀ ਮਰਿਆਦਾ ਵੱਖ-ਵੱਖ ਤਰੀਕੇ ਨਾਲ ਨਿਭਾ ਦਿੱਤੀ ਗਈ। ਪਰ ਅਖੀਰ 'ਤੇ ਕਹਿੰਦੇ ਪਤਾ ਤਾਂ ਵੀ ਕਿਸੇ ਨੂੰ ਇਸ ਗੱਲ ਦਾ ਨਹੀਂ ਲੱਗਾ ਵੀ ਮਰਨ ਤੋਂ ਬਾਅਦ ਮੁਰਦਾ ਗਿਆ ਕਿੱਥੇ ਹੈ, ਮਰਨ ਤੋਂ ਬਾਅਦ ਬੰਦਾ ਗਿਆ ਕਿੱਥੇ। ਇਹ ਸਾਡੇ ਵੀ ਕਈ ਵਾਰੀ ਬੜੀ ਤਰ੍ਹਾਂ ਦੇ ਸਵਾਲ ਹੁੰਦੇ ਨੇ। ਵੇਖੋ ਬੰਦਾ ਮਰਨ ਤੋਂ ਬਾਅਦ 84 ਲੱਖ ਜੂਨਾਂ ਵਿੱਚ ਭਟਕਦਾ ਹੈ। ਫਿਰ ਕਈ ਵਾਰੀ ਜਦੋਂ ਬੀਬੀਆਂ ਬੈਠੀਆਂ ਹੁੰਦੀਆਂ ਨੇ ਇੱਦਾਂ ਦੀ ਗੱਲਬਾਤ ਵੀ ਕੀਤੀ ਜਾਂਦੀ ਹੈ, ਵੇਖੋ ਰੱਬ ਨੇ ਉੱਪਰੋਂ ਕੋਈ ਜਮਦੂਤ ਭੇਜਿਆ, ਉਹ ਫਲਾਨੇ ਨੂੰ ਚੁੱਕ ਕੇ ਇਸ ਧਰਤੀ ਤੋਂ ਲੈ ਗਿਆ। ਫਿਰ ਬਾਅਦ 'ਚ ਜਾ ਕੇ ਪਤਾ ਲੱਗਾ ਵੀ ਨਹੀਂ, ਇਸ ਨਾਂ ਦਾ ਬੰਦਾ ਹੋਰ ਧਰਤੀ ਤੋਂ ਲੈ ਕੇ ਜਾਣਾ ਸੀ, ਤੁਸੀਂ ਗਲਤ ਬੰਦਾ ਇੱਥੋਂ ਲੈ ਕੇ ਚੱਲੇ ਹੋ। ਫਿਰ ਉਹ ਫਿਰ ਧਰਤੀ 'ਤੇ ਆਇਆ, ਉਹਦੇ ਵਿੱਚ ਫਿਰ ਜਾਨ ਪੈ ਗਈ। ਫਿਰ ਉਸੇ ਨਾਂ ਦਾ ਬੰਦਾ ਫਿਰ ਚੜ੍ਹਾਈ ਕਰ ਗਿਆ, ਉਹ ਮਰਿਆ ਅਤੇ ਦੂਜਾ ਬੰਦਾ ਫਿਰ ਜਿੰਦਾ ਹੋ ਗਿਆ। ਇੱਕ ਚੀਜ਼ ਨੂੰ ਹਮੇਸ਼ਾ ਧਿਆਨ ਵਿੱਚ ਰੱਖੀਏ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਕਹਿੰਦੀ ਹੈ ਸਾਰੀ ਦੁਨੀਆ ਭੁੱਲਣ ਵਿੱਚ ਆਉਂਦੀ ਹੈ, ਸਾਰੀ ਦੁਨੀਆ ਭੁੱਲ ਜਾਂਦੀ ਹੈ। ਮੈਂ ਭੁੱਲ ਜਾਂਦਾ, ਤੁਸੀਂ ਭੁੱਲ ਜਾਂਦੇ, ਜਿੰਨੇ ਵੀ ਜੀਵ ਜੰਤੂ ਨੇ, ਜਿੰਨੇ ਵੀ ਇਸ ਧਰਤੀ 'ਤੇ ਮਨੁੱਖ ਤੁਰੇ ਫਿਰਦੇ ਨੇ, ਸਾਰੇ ਭੁੱਲ ਜਾਂਦੇ ਨੇ। ਸਿਰਫ ਇੱਕ ਅਕਾਲ ਪੁਰਖ ਹੈ ਜਿਹੜਾ ਕਦੀ ਭੁੱਲਦਾ ਨਹੀਂ। ਪੜ੍ਹੀਏ ਸਤਿਗੁਰ ਦੀ ਬਾਣੀ ਦਾ ਵਾਕ, ਮਹਾਰਾਜ ਕਹਿੰਦੇ ਨੇ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਗੁਰੂ ਕਰਤਾਰ ਕਦੀ ਨਹੀਂ ਭੁੱਲਦਾ, ਬੰਦਾ ਭੁੱਲ ਜਾਂਦਾ ਹੈ। ਅਤੇ ਜੇ ਗੁਰੂ ਨਹੀਂ ਭੁੱਲਦਾ, ਫਿਰ ਇਹ ਗੱਲ ਸਾਡੇ ਵਿੱਚ ਕਿੱਥੋਂ ਆ ਗਈ ਵੀ ਫਲਾਣੇ ਨਾਂ ਦਾ ਬੰਦਾ ਇਸ ਧਰਤੀ ਤੋਂ ਲੈ ਕੇ ਜਾਣਾ ਸੀ, ਉਹ ਗਲਤੀ ਨਾਲ ਕੋਈ ਹੋਰ ਬੰਦਾ ਇਸ ਧਰਤੀ ਤੋਂ ਲੈ ਗਏ। ਫਿਰ ਉੱਪਰ ਜਾ ਕੇ ਪਤਾ ਲੱਗਾ, ਪਤਾ ਨਹੀਂ ਬੰਦਾ ਮਰਨ ਤੋਂ ਬਾਅਦ ਕਿੱਥੇ ਉੱਪਰ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵਿੱਚ ਇੱਕ ਵੀ ਐਸੀ ਪੰਕਤੀ ਨਹੀਂ ਜਿੱਥੇ ਇਹ ਲਿਖਿਆ ਹੋਵੇ ਵੀ ਰੱਬ ਕਿਤੇ ਉੱਤੇ ਰਹਿੰਦਾ। ਇੱਕ ਵੀ ਐਸੀ ਪੰਕਤੀ ਨਹੀਂ, ਇੱਕ ਵੀ ਐਸੀ ਪੰਕਤੀ ਨਹੀਂ ਜਿੱਥੇ ਲਿਖਿਆ ਹੋਵੇ ਵੀ ਰੱਬ ਉੱਪਰ ਰਹਿੰਦਾ ਹੈ। ਉਹਨੇ ਕਚਹਿਰੀ ਲਾਈ ਹੋਈ ਹੈ, ਉਹਦੇ ਵਿੱਚ ਬੰਦੇ ਦੇ ਪਾਪਾਂ ਦਾ ਨਿਬੇੜਾ ਕੀਤਾ ਜਾਂਦਾ ਹੈ। ਸਤਿਗੁਰ ਦੀ ਬਾਣੀ ਨੇ ਆਖਿਆ ਰੱਬ ਤੁਹਾਡੇ ਵਿੱਚ ਰਹਿੰਦਾ ਹੈ, ਰੱਬ ਮਨੁੱਖਤਾ ਵਿੱਚ ਰਹਿੰਦਾ, ਰੱਬ ਕਾਇਨਾਤ ਵਿੱਚ ਰਹਿੰਦਾ ਹੈ। ਅਤੇ ਰੱਬ ਨੂੰ ਬੰਦੇ ਨੇ ਜੀਂਦੇ ਜੀ ਪਛਾਣਨਾ ਹੈ।
ਮਰਨ ਤੋਂ ਬਾਅਦ ਬੰਦੇ ਦਾ ਨਹੀਂ ਪਤਾ। ਜਦੋਂ ਮਰਨ ਤੋਂ ਬਾਅਦ ਦੀ ਗੱਲ ਕੀਤੀ ਹੈ, ਸਾਡਾ ਵੀ ਕਈ ਵਾਰੀ ਸਵਾਲ ਹੁੰਦਾ ਹੈ ਜੀ ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ ਹੈ। ਮੈਂ ਇੱਕ ਦਿਨ ਪਹਿਲਾਂ ਵੀ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ। ਇੱਕ ਦਿਨ ਕਿਤੇ ਕਥਾ 'ਤੇ ਜਾਣ ਦਾ ਮੌਕਾ ਬਣਿਆ, ਇੱਕ ਬਜ਼ੁਰਗ ਮੇਰੇ ਸਾਹਮਣੇ ਬੈਠਾ ਸੀ, ਮੈਨੂੰ ਕਹਿੰਦਾ ਵੀ ਪੁੱਤ ਤੁਸੀਂ ਬਾਣੀ ਪੜ੍ਹਦੇ ਹੋ, ਦੱਸਿਓ ਭਲਾ ਬੰਦਾ ਮਰਨ ਤੋਂ ਬਾਅਦ ਕਿੱਥੇ ਜਾਂਦਾ ਹੈ। ਮੈਂ ਕਿਹਾ ਜੀ ਮੈਂ ਤਾਂ ਮਰਿਆ ਨਹੀਂ, ਜਦੋਂ ਮਰ ਗਿਆ ਮੈਂ ਫੇਰ ਹੀ ਦੱਸ ਪਾਵਾਂਗਾ ਨਾ ਵੀ ਬੰਦਾ ਮਰਨ ਤੋਂ ਬਾਅਦ ਕਿੱਥੇ ਜਾਂਦਾ ਹੈ, ਤਾਂ ਹੀ ਪਤਾ ਲੱਗੇਗਾ ਨਾ ਉਸ ਚੀਜ਼ ਦਾ। ਹੁਣ ਤੁਹਾਨੂੰ ਕੋਈ ਬੰਦਾ ਕਿਸੇ ਜਗ੍ਹਾ ਬਾਰੇ ਪੁੱਛੇ, ਤੁਸੀਂ ਆਖੋ ਵੀ ਮੈਂ ਤਾਂ ਉੱਥੇ ਗਿਆ ਨਹੀਂ, ਮੈਂ ਉਸ ਜਗ੍ਹਾ ਬਾਰੇ ਕਿੱਦਾਂ ਦੱਸਾਂਗਾ। ਜਿਹੜਾ ਬੰਦਾ ਜਿਸ ਜਗ੍ਹਾ 'ਤੇ ਗਿਆ ਨਹੀਂ ਉੱਥੋਂ ਬਾਰੇ ਬਿਆਨ ਹੀ ਨਹੀਂ ਕਰ ਸਕਦਾ। ਅਤੇ ਜੇ ਬੰਦਾ ਅੱਜ ਤੱਕ ਕੋਈ ਵੀ ਐਸਾ ਬੰਦਾ ਨਹੀਂ ਜਿਹੜਾ ਮਰ ਕੇ ਇਸ ਧਰਤੀ 'ਤੇ ਵਾਪਸ ਆਇਆ ਹੋਵੇ। ਸਤਿਗੁਰ ਦੀ ਬਾਣੀ ਕਹਿੰਦੀ ਹੈ ਬੰਦੇ ਦਾ ਸਰੀਰ 5 ਤੱਤਾਂ ਦਾ ਬਣਿਆ ਹੋਇਆ ਹੈ। 5 ਤੱਤਾਂ ਦਾ ਸਰੀਰ ਹੈ ਬੰਦੇ ਦਾ, ਜਿਹਦੇ ਵਿੱਚ ਪਾਣੀ ਹੈ, ਅੱਗ ਹੈ, ਹਵਾ ਹੈ, ਮਿੱਟੀ ਹੈ ਅਤੇ ਆਕਾਸ਼ ਹੈ। ਜਦੋਂ 5 ਤੱਤ ਇੱਕ ਦੂਜੇ ਦੇ ਨਾਲ ਜੁੜ ਜਾਂਦੇ ਨੇ, ਬੰਦੇ ਦਾ ਸਰੀਰ ਤਿਆਰ ਹੋ ਜਾਂਦਾ ਹੈ। ਇੱਕ ਇਹਨੂੰ ਮਨੁੱਖਾ ਸ਼ਕਲ ਦਿੱਤੀ ਜਾਂਦੀ ਹੈ, ਇੱਕ ਦੇਹ ਮਿਲ ਜਾਂਦੀ ਹੈ। ਜਦੋਂ 5 ਤੱਤ ਆਪੋ ਆਪਣੀਆਂ ਥਾਵਾਂ 'ਤੇ ਜਾ ਕੇ ਸਮਾ ਜਾਂਦੇ ਨੇ, ਬੰਦਾ ਖਤਮ ਹੋ ਜਾਂਦਾ ਹੈ। ਸਰੀਰ ਦੀ ਮਿੱਟੀ ਮਿੱਟੀ ਵਿੱਚ ਜਾ ਕੇ ਰਲ ਜਾਂਦੀ ਹੈ, ਹਵਾ ਹਵਾ 'ਚ ਜਾ ਕੇ ਰਲ ਜਾਂਦੀ ਹੈ, ਅੱਗ ਅੱਗ ਦੇ ਵਿੱਚ ਜਾ ਕੇ ਮਿਲ ਜਾਂਦੀ ਹੈ। ਸਾਰੀਆਂ ਚੀਜ਼ਾਂ ਆਪੋ ਆਪਣੀ ਥਾਂ 'ਤੇ ਜਦੋਂ ਟਿਕ ਜਾਂਦੀਆਂ ਨੇ, ਬੰਦਾ ਖਤਮ ਹੈ। ਫਿਰ ਜਦੋਂ 5 ਤੱਤ ਜੁੜਦੇ ਨੇ, ਸਾਡੀ ਬੋਲੀ ਦੇ ਵਿੱਚ ਅਸੀਂ ਇੱਦਾਂ ਕਹਿੰਦੇ ਹਾਂ ਸਾਡੇ ਘਰ ਵਿੱਚ ਬੱਚੇ ਦਾ ਜਨਮ ਹੋਇਆ, ਸਾਡੇ ਘਰ ਵਿੱਚ ਉਹ ਫਲਾਨਾ ਬੰਦਾ ਚੜ੍ਹਾਈ ਕਰ ਗਿਆ। ਗੁਰਮਤਿ ਇਸ ਚੀਜ਼ ਨੂੰ ਨਹੀਂ ਮੰਨਦੀ, ਗੁਰਮਤਿ ਇਸ ਚੀਜ਼ ਨੂੰ ਨਹੀਂ ਮੰਨਦੀ। ਗੁਰਮਤਿ ਕਹਿੰਦੀ ਹੈ ਜਦੋਂ ਕਿਸੇ ਬੱਚੇ ਦਾ ਜਨਮ ਹੋਇਆ, ਉਹ ਜਨਮ ਪਹਿਲਾਂ ਵੀ ਸੀ, ਪਰ 5 ਤੱਤ ਜੁੜ ਗਏ, ਜਨਮ ਹੋ ਗਿਆ, 5 ਤੱਤ ਆਪੋ ਆਪਣੀਆਂ ਥਾਵਾਂ 'ਤੇ ਜਾ ਕੇ ਸਮਾ ਗਏ ਅਤੇ ਬੰਦੇ ਦੀ ਮੌਤ ਹੈ। ਬੜਾ ਸੌਖਾ ਗੁਰਮਤਿ ਨੇ ਸਿਧਾਂਤ ਦਿੱਤਾ ਹੈ। ਤਾਈਓ ਪੜ੍ਹੀਏ ਸਤਿਗੁਰੂ ਜੀ ਦੀ ਬਾਣੀ। ਮਹਾਰਾਜ ਕਹਿੰਦੇ ਨੇ ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕੌਣ ਟੇਕ। ਜਦੋਂ ਮਿੱਟੀ ਮਿੱਟੀ ਵਿੱਚ ਜਾ ਕੇ ਮਿਲ ਗਈ ਤੇ ਕਿਸ ਚੀਜ਼ ਨੂੰ ਅਸੀਂ ਰੋ ਰਹੇ ਹਾਂ। ਰੋਈਏ ਅਸੀਂ ਤਾਂ ਜੀ ਅਸੀਂ ਇਸ ਧਰਤੀ ਤੋਂ ਨਹੀਂ ਜਾਣਾ। ਰੋਣ ਦਾ ਫਾਇਦਾ ਤਾਂ ਹੈ ਬੰਦੇ ਨੂੰ ਜੇ ਮਨੁੱਖ ਨੇ ਇਸ ਧਰਤੀ ਤੋਂ ਜਾਣਾ ਨਹੀਂ। ਜਾਣਾ ਤਾਂ ਇੱਕ ਦਿਨ ਸਭ ਨੇ ਇਸ ਧਰਤੀ ਤੋਂ ਹੈ, ਫਿਰ ਅਸੀਂ ਰੋਨੇ ਕਾਹਨੂੰ ਆ। ਫਿਰ ਅਸੀਂ ਰੋ ਕੇ ਕਿਸ ਗੱਲ ਦਾ ਦਿਖਾਵਾ ਕਰਦੇ, ਕਿਹੜੀ ਗੱਲ ਦਾ। ਠੀਕ ਹੈ ਜਦੋਂ ਇੱਕ ਬੰਦਾ ਸਾਡੇ ਵਿੱਚੋਂ ਜਾਂਦਾ, ਦੁੱਖ ਜ਼ਰੂਰ ਹੁੰਦਾ ਹੈ, ਉਸ ਬੰਦੇ ਦੀ ਘਾਟ ਪੂਰੀ ਨਹੀਂ ਕੀਤੀ ਜਾ ਸਕਦੀ, ਉਹਦੇ ਥਾਂ 'ਤੇ ਕੋਈ ਦੂਜਾ ਬੰਦਾ ਛੇਤੀ ਕੀਤਿਆਂ ਥਾਂ ਨਹੀਂ ਲੈ ਸਕਦਾ। ਦੁੱਖ ਸਾਰਿਆਂ ਨੂੰ ਹੁੰਦਾ ਹੈ, ਪਰ ਮਹਾਰਾਜ ਦੀ ਬਾਣੀ ਕਹਿੰਦੀ ਇਸ ਸੰਸਾਰ ਤੋਂ ਤਾਂ ਕੁਝ ਵੀ ਨਹੀਂ ਗਿਆ। ਇਹ ਸਰੀਰ ਮਿੱਟੀ ਹੈ, ਮਿੱਟੀ ਵਿੱਚ ਜਾ ਕੇ ਇਹਨੇ ਮਿਲ ਜਾਣਾ ਹੈ। ਸਾਡਾ ਵੀ ਸਵਾਲ ਹੁੰਦਾ ਬੰਦਾ ਮਰਨ ਤੋਂ ਬਾਅਦ ਫਲਾਨੀ ਜੂਨ, ਅੱਜ ਤਾਂ ਵੈਸੇ ਥੋੜ੍ਹਾ ਜਿਹਾ ਫਰਕ ਪੈ ਗਿਆ। ਪੁਰਾਣੇ ਸਮੇਂ ਵਿੱਚ ਕੀ ਹੁੰਦਾ ਸੀ, ਵੈਸੇ ਕਈਆਂ ਥਾਵਾਂ 'ਤੇ ਅੱਜ ਵੀ ਹੁੰਦਾ, ਜਦੋਂ ਪ੍ਰਾਣੀ ਚੜ੍ਹਾਈ ਕਰਦਾ ਹੈ ਨਾ, ਉਹਦੇ ਸਿਰਹਾਣੇ ਨਾ ਸਵਾਹ ਛਾਣ ਕੇ ਤੇ ਰੱਖ ਦਿੱਤੀ ਜਾਂਦੀ ਹੈ। ਸਵਾਹ ਤੱਤੀ ਤੱਤੀ ਸਵਾਹ ਛਾਣ ਕੇ ਤੇ ਉਹਦੇ ਸਿਰਹਾਣੇ ਰੱਖ ਕੇ ਤੇ ਉਹਨੂੰ ਉੱਪਰੋਂ ਕੱਪੜੇ ਨਾਲ ਬੰਨ੍ਹ ਦਿੱਤਾ ਜਾਂਦਾ ਹੈ। ਫਿਰ ਜਦੋਂ ਸਵੇਰ ਦਾ ਵੇਲਾ ਹੁੰਦਾ ਹੈ ਤੇ ਕੱਪੜੇ ਨੂੰ ਖੋਲ੍ਹਿਆ ਜਾਂਦਾ ਹੈ। ਫਿਰ ਕੱਪੜੇ ਦੇ ਵਿੱਚ ਕੋਈ ਨਾ ਕੋਈ ਨਿਸ਼ਾਨ ਤਾਂ ਬਣਿਆ ਹੀ ਹੋਣਾ, ਕਿਉਂਕਿ ਜਿਹੜੀ ਤੱਤੀ ਸਵਾਹ ਹੈ ਜਦੋਂ ਉਹਦੇ ਵਿੱਚੋਂ ਗਰਮੈਸ਼ ਨਿਕਲ ਜਾਂਦੀ ਹੈ ਤੇ ਉਹਦੇ 'ਤੇ ਕੋਈ ਨਾ ਕੋਈ ਸ਼ਕਲ ਅਖਤਿਆਰ ਹੋ ਜਾਂਦੀ ਹੈ। ਫਿਰ ਜਦੋਂ ਉਹਦੇ ਤੋਂ ਕੱਪੜਾ ਸਵੇਰੇ ਖੋਲ੍ਹਿਆ ਜਾਂਦਾ ਤੇ ਸਾਰਾ ਟੱਬਰ ਫਿਰ ਆਪੋ ਆਪਣੇ ਅੰਦਾਜ਼ੇ ਲਾਉਂਦਾ ਵੀ ਬਾਪੂ ਸਾਡਾ ਫਲਾਨੀ ਜੂਨ ਵਿੱਚ ਪੈ ਗਏ। ਜੇ ਉਹਦੇ ਉੱਤੇ ਕੋਈ ਲਕੀਰਾਂ ਜਿਹੀਆਂ ਬਣੀਆਂ ਹੋਣ ਤੇ ਕਹਿੰਦੇ ਵੀ ਬਾਪੂ ਸਾਡਾ ਸੱਪ ਬਣ ਗਿਆ ਹੀ ਹੁਣ। ਅਤੇ ਜੇ ਉਹਦੇ ਉੱਤੇ ਕੋਈ ਪੈਰ ਦਾ ਨਿਸ਼ਾਨ ਬਣਿਆ ਹੋਵੇ ਤੇ ਨਹੀਂ ਬਾਪੂ ਦਾ ਵੱਛੇ ਦੀ ਜੂਨ ਵਿੱਚ ਪੈ ਗਿਆ ਹੁਣ। ਸਾਨੂੰ ਇਹਨਾਂ ਚੀਜ਼ਾਂ ਦਾ ਕਾਹਦਾ ਫਿਕਰ ਹੈ ਵੀ ਬਾਪੂ ਸਾਡਾ ਕਿਹੜੀ ਜੂਨ ਵਿੱਚ ਪਿਆ ਹੈ। ਇਹਨਾਂ ਚੀਜ਼ਾਂ ਦਾ ਸਾਨੂੰ ਫਿਕਰ ਕਰਨ ਦੀ ਕੀ ਲੋੜ ਹੈ। ਜੂਨਾਂ ਕੋਈ ਵੀ ਧਰਤੀ 'ਤੇ ਮਾੜੀਆਂ ਨਹੀਂ। ਕੀੜੀ ਤੁਹਾਡੇ ਪੈਰ ਥੱਲੇ ਆਉਂਦੀ ਹੈ, ਕੀ ਕੀੜੀ ਦਾ ਮਰਨ ਨੂੰ ਦਿਲ ਕਰਦਾ? ਬੰਦੇ ਦੀ ਨਿਗਾਹ ਦੇ ਵਿੱਚ ਸੂਰ ਦੀ ਜੂਨ ਮਾੜੀ ਹੈ, ਪਰ ਉਹਨੂੰ ਪੁੱਛ ਕੇ ਵੇਖੋ, ਉਹਨੂੰ ਆਪਣੀ ਜੂਨ ਮਾੜੀ ਲੱਗਦੀ ਹੈ? ਅਸੀਂ ਸੋਚਦੇ ਹਾਂ ਵੀ ਕਾਂ ਮਾੜਾ ਹੈ, ਆਹ ਜਾਨਵਰ ਮਾੜੇ ਨੇ, ਪਸ਼ੂ ਮਾੜੇ ਨੇ, ਪੰਛੀ ਮਾੜੇ ਨੇ, ਪਰ ਉਹਨਾਂ ਦੇ ਤਲ 'ਤੇ ਸੋਚ ਕੇ ਵੇਖੋ, ਉਹਨਾਂ ਨੂੰ ਨਹੀਂ ਲੱਗਦਾ ਵੀ ਸਾਡੀ ਜੂਨ ਮਾੜੀ ਹੈ। ਉਹਨਾਂ ਨੂੰ ਸਾਰੀਆਂ ਜੂਨਾਂ ਵਧੀਆ ਲੱਗਦੀਆਂ ਨੇ। ਜੂਨਾਂ ਧਰਤੀ 'ਤੇ ਕੋਈ ਵੀ ਮਾੜੀਆਂ ਨਹੀਂ। ਇਹ ਸਾਰਾ ਇੱਕ ਸਰਕਲ ਅਕਾਲ ਪੁਰਖ ਵਾਹਿਗੁਰੂ ਨੇ ਇਸ ਧਰਤੀ 'ਤੇ ਚਲਾਇਆ ਹੋਇਆ ਤੇ ਇਹ ਚੱਲਣਾ ਹੀ ਚੱਲਣਾ ਹੈ। ਪਰ ਸਾਨੂੰ ਫਿਕਰ ਪਿਆ, ਅਸੀਂ ਇਹ ਅੰਦਾਜ਼ਾ ਲਾਉਣਾ ਵੀ ਬਾਪੂ ਸਾਡਾ ਹੁਣ ਕਿਹੜੀ ਜੂਨ ਦੇ ਵਿੱਚ ਪਿਆ ਭਲਾ। ਮੰਨ ਲਓ ਵੀ ਜੇ ਸਾਨੂੰ ਪਤਾ ਲੱਗ ਜਾਵੇ ਵੀ ਬਾਪੂ ਸਾਡਾ ਹੁਣ ਸੱਪ ਦੀ ਜੂਨ ਦੇ ਵਿੱਚ ਪੈ ਗਿਆ ਅਤੇ ਕੁਝ ਦਿਨਾਂ ਬਾਅਦ ਉਹ ਸੱਪ ਬਣ ਕੇ ਸਾਡੇ ਘਰੇ ਆ ਜਾਏ ਅਤੇ ਪੇਟੀ 'ਤੇ ਆਣ ਕੇ ਬੈਠ ਜਾਏ, ਤਾਂ ਕੀ ਕਰਾਂਗੇ ਭਲਾ ਆਪਾਂ? ਬਾਪੂ ਨੂੰ ਮਾਰਾਂਗੇ। ਫਿਰ ਹੋਰ ਹੱਲ ਕੀ ਹੈ ਸਾਡੇ ਕੋਲ? ਬਾਪੂ ਆਖੇ ਵੀ ਮੈਂ ਨਹੀਂ ਤੁਹਾਡੇ ਕੋਲੋਂ ਜਾਣਾ, ਮੇਰਾ ਆਪਣੇ ਪੋਤਿਆਂ ਤੋਂ ਬਿਨਾਂ ਦਿਲ ਨਹੀਂ ਲੱਗਦਾ, ਮੈਂ ਨਹੀਂ ਇੱਥੋਂ ਜਾਂਦਾ ਹੁਣ। ਅਸੀਂ ਉਹਦੇ ਸਿਰ 'ਚ ਡਾਂਗ ਮਾਰਾਂਗੇ, ਅਸੀਂ ਬਾਪੂ ਨੂੰ ਮਾਰਾਂਗੇ ਫਿਰ ਆਪਣੇ ਨੂੰ।
ਪਤਾ ਨਹੀਂ ਅਸੀਂ ਕਿਹੜੇ ਭਰਮ ਭੁਲੇਖਿਆਂ ਦੇ ਵਿੱਚ ਪਏ ਹੋਏ ਹਾਂ। ਮਹਾਰਾਜ ਦੀ ਬਾਣੀ ਕਹਿੰਦੀ ਹੈ ਮਰਨ ਤੋਂ ਬਾਅਦ 'ਚ ਬੰਦਾ ਕਿੱਥੇ ਜਾਂਦਾ ਇਸ ਚੀਜ਼ ਦਾ ਕਿਸੇ ਨੂੰ ਨਹੀਂ ਪਤਾ। ਸੋਚਣਾ ਇਹ ਚਾਹੀਦਾ ਹੈ ਵੀ ਬੰਦਾ ਜੀਂਦੇ ਜੀ ਕਿਹਨਾਂ ਜੂਨਾਂ ਦੇ ਵਿੱਚ ਪਿਆ ਹੋਇਆ। ਸਭ ਤੋਂ ਵੱਡੀ ਗੱਲ ਇਹ ਹੈ ਜੀਂਦੇ ਜੀ ਅਸੀਂ ਕੀ ਕਰਦੇ ਹਾਂ, ਜੀਂਦੇ ਜੀ ਅਸੀਂ ਕਿਹੜੀਆਂ ਕਿਹੜੀਆਂ ਜੂਨਾਂ ਦੇ ਵਿੱਚ ਭੜਕ ਰਹੇ ਹਾਂ। ਸਤਿਗੁਰ ਦੀ ਬਾਣੀ ਕਹਿੰਦੀ ਹੈ ਜਦੋਂ ਬੰਦਾ ਲਾਲਚੀ ਬਿਰਤੀ ਦੇ ਵਿੱਚ ਆਉਂਦਾ ਹੈ ਤੇ ਬੰਦਾ ਬੰਦਾ ਨਹੀਂ ਰਹਿੰਦਾ, ਬੰਦਾ ਕੁੱਤਾ ਬਣ ਜਾਂਦਾ ਹੈ। ਸ੍ਰੀ ਰਾਗ ਦਾ ਸ਼ਬਦ ਹੈ, ਮਹਾਰਾਜ ਕਹਿੰਦੇ ਨੇ ਲੱਭ ਕੁੱਤਾ। ਜਦੋਂ ਲਾਲਚੀ ਬਣਦਾ ਉਦੋਂ ਤੋਂ ਕੁੱਤੇ ਦੀ ਜੂਨ ਵਿੱਚ ਪੈਂਦਾ। ਇੱਕ ਕਹਾਣੀ ਅਸੀਂ ਸਕੂਲ ਦੀਆਂ ਕਿਤਾਬਾਂ ਦੇ ਵਿੱਚ ਪੜ੍ਹੀ ਹੈ ਵੀ ਲਾਲਚੀ ਕੁੱਤਾ ਸੀ, ਉਹਦੇ ਮੂੰਹ ਦੇ ਵਿੱਚ ਇੱਕ ਮਾਸ ਦਾ ਟੁਕੜਾ ਸੀ। ਜਦੋਂ ਉਹਨੇ ਪਾਣੀ ਵਾਲੇ ਪਾਸੇ ਨੂੰ ਵੇਖਿਆ ਤੇ ਉਹਨੂੰ ਲੱਗਾ ਵੀ ਜਿਹੜਾ ਉਹ ਕੁੱਤਾ ਹੈ ਉਹਦੇ ਮੂੰਹ ਦੇ ਵਿੱਚ ਵੀ ਮਾਸ ਦਾ ਟੁਕੜਾ ਹੈ, ਮੈਂ ਉਹਦੇ ਮੂੰਹ ਦੇ ਵਿੱਚੋਂ ਮਾਸ ਦਾ ਟੁਕੜਾ ਖੋਹ ਲਵਾਂ। ਤੇ ਜਦੋਂ ਭੌਂਕਿਆ ਤੇ ਮਾਸ ਦਾ ਟੁਕੜਾ ਨਦੀ ਵਿੱਚ ਡਿੱਗ ਪਿਆ ਤੇ ਆਪਣਾ ਵੀ ਗਵਾ ਬੈਠਾ। ਉਹ ਲਾਲਚੀ ਸੀ। ਅਸੀਂ ਕਹਾਣੀ ਪੜ੍ਹੀ ਹੈ, ਪਰ ਮੀਨਿੰਗ ਇਹਨਾਂ ਚੀਜ਼ਾਂ ਦੇ ਬੜੇ ਵੱਡੇ ਸਨ। ਜਦੋਂ ਬੰਦਾ ਵੀ ਲਾਲਚੀ ਬਿਰਤੀ ਵਿੱਚ ਆਉਂਦਾ ਹੈ ਤੇ ਬੰਦਾ ਵੀ ਆਪਣੇ ਮਨੁੱਖਾ ਸਰੀਰ ਨੂੰ ਗਵਾ ਕੇ ਬੰਦਾ ਉਸ ਕੁੱਤੇ ਦੀ ਬਿਰਤੀ ਵਿੱਚ ਆਉਂਦਾ ਹੈ ਤੇ ਬੰਦਾ ਸੋਚਦਾ ਜਿਹੜਾ ਅਗਲੇ ਕੋਲ ਹੈ ਮੈਂ ਉੱਤੇ ਵੀ ਆਪਣਾ ਹੱਕ ਜਤਾ ਲਵਾਂ, ਮੈਂ ਉੱਤੇ ਵੀ ਆਪਣਾ ਹੱਕ ਜਤਾ ਕੇ ਤੇ ਉਸ ਚੀਜ਼ ਨੂੰ ਮੈਂ ਆਪਣੇ ਕਾਬੂ ਵਿੱਚ ਕਰ ਲਵਾਂ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਆਖਦੀ ਹੈ ਨਹੀਂ ਭਾਈ, ਮਰਨ ਤੋਂ ਬਾਅਦ ਦਾ ਫਿਕਰ ਕਰਨ ਦੀ ਲੋੜ ਨਹੀਂ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਨਾਨਕ ਏਮ ਨਾ ਜਾਪਈ ਕਿੱਥੇ ਜਾਏ ਸਮਾਏ। ਤੇ ਭਗਤ ਕਬੀਰ ਸਾਹਿਬ ਦਾ ਇੱਕ ਬੜਾ ਪਿਆਰਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵਿੱਚ। ਭਗਤ ਕਬੀਰ ਸਾਹਿਬ ਉਸ ਪਾਵਨ ਸ਼ਬਦ ਵਿੱਚ ਕਹਿੰਦੇ ਨੇ, ਕਹਿੰਦੇ ਕਵਨ ਨਰਕ ਕਿਆ ਸੁਰਗ ਵਿਚਾਰਾ। ਲੋਕ ਇਸ ਗੱਲ ਨੂੰ ਮੰਨਦੇ ਸਨ ਵੀ ਜਿਹੜਾ ਬੰਦਾ ਮਗਹਰ ਦੀ ਧਰਤੀ 'ਤੇ ਮਰਦਾ ਹੈ ਉੱਥੋਂ ਫਿਰ ਉਹ ਨਰਕਾਂ ਨੂੰ ਜਾਂਦਾ ਹੈ, ਤੇ ਜਿਹੜਾ ਬੰਦਾ ਕਾਂਸ਼ੀ ਦੀ ਬਨਾਰਸ ਦੀ ਧਰਤੀ 'ਤੇ ਮਰਦਾ ਹੈ ਉੱਥੋਂ ਸਵਰਗਾਂ ਨੂੰ ਜਾਇਆ ਜਾਂਦਾ ਹੈ। ਇਹ ਗੱਲ ਲੋਕ ਮੰਨਦੇ ਸਨ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਇਸ ਧਰਤੀ ਦਾ ਕੋਈ ਫਰਕ ਨਹੀਂ, ਚਾਹੇ ਮਗਰ ਹੋਵੇ ਚਾਹੇ ਕਾਂਸ਼ੀ ਹੋਵੇ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਬੰਦਿਆ ਅਮਲਾ ਅਸਲ ਵਿੱਚ ਜਿਹੜਾ ਨਬੇੜਾ ਹੈ ਉਹ ਤੇਰੇ ਅਮਲਾਂ 'ਤੇ ਹੋਣਾ ਹੈ। ਅਸਲ ਵਿੱਚ ਜਿਹੜੇ ਤੇਰੇ ਅਮਲ ਨੇ, ਜਿਹੜੇ ਤੇਰੇ ਕਰਮ ਨੇ, ਜਿਹੜੇ ਤੇਰੇ ਕੰਮ ਨੇ, ਉਹਨਾਂ ਨੇ ਡਿਸਾਈਡ ਕਰਨਾ ਹੈ ਵੀ ਤੂੰ ਨਰਕਾਂ ਦਾ ਭਾਗੀਦਾਰ ਹੈ ਕਿ ਤੂੰ ਸਵਰਗਾਂ ਦਾ ਭਾਗੀਦਾਰ ਹੈ। ਬਾਬਾ ਕਬੀਰ ਸਾਹਿਬ ਦਾ ਸ਼ਬਦ ਹੈ, ਅਸੀਂ ਬੜੀ ਵਾਰ ਸ਼ਬਦ ਕੀਰਤਨ ਦੇ ਰੂਪ ਦੇ ਵਿੱਚ ਸ਼ਰਵਣ ਕੀਤਾ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਕਹੀ ਮੈਂ ਤੇਰੀ। ਹੇ ਵਾਹਿਗੁਰੂ ਜੀ ਤੁਸੀਂ ਮੇਰੇ ਵਾਸਤੇ ਇੱਕ ਪਰਬਤ ਦੇ ਸਮਾਨ ਹੋ, ਤੁਸੀਂ ਮੇਰੇ ਵਾਸਤੇ ਇੱਕ ਪਰਬਤ ਦੀ ਨਿਆਈ ਹੋ। ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਕਹੀ ਮੈਂ ਤੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲਈ ਨੀ ਹਰ ਮੇਰੀ। ਨਾ ਤੁਸੀਂ ਡੋਲਦੇ ਹੋ ਤੇ ਨਾ ਹੀ ਹੁਣ ਅਸੀਂ ਡਿੱਗਦੇ ਹਾਂ, ਕਿਉਂਕਿ ਸਾਨੂੰ ਅੱਜ ਤੋਂ ਬਾਅਦ ਤੁਹਾਡਾ ਆਸਰਾ ਹੈ। ਅਸੀਂ ਅੱਜ ਤੋਂ ਬਾਅਦ ਤੁਹਾਡੇ ਆਸਰੇ ਨੂੰ ਤੱਕ ਰਿਹਾ ਹੈ। ਇਸੇ ਸ਼ਬਦ ਵਿੱਚ ਅੱਗੇ ਜਾ ਕੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਜੈਸਾ ਮਗਹਰ ਤੈਸੀ ਕਾਂਸ਼ੀ। ਜਿਹੋ ਜਿਹਾ ਮਗਰ ਹੈ ਇਹੋ ਜਿਹੀ ਕਾਂਸ਼ੀ ਹੈ। ਕਿਉਂਕਿ ਪੰਡਤ ਕਹਿੰਦਾ ਸੀ ਜਿਹੜਾ ਬੰਦਾ ਮਗਹਰ ਦੀ ਧਰਤੀ 'ਤੇ ਆਪਣੇ ਪ੍ਰਾਣ ਤਿਆਗੇਗਾ ਉਹ ਨਰਕਾਂ ਨੂੰ ਜਾਏਗਾ, ਜਿਹੜਾ ਬੰਦਾ ਬਨਾਰਸ ਕਾਂਸ਼ੀ ਦੀ ਧਰਤੀ 'ਤੇ ਪ੍ਰਾਣ ਤਿਆਗੇਗਾ ਉਹ ਸਵਰਗਾਂ ਨੂੰ ਜਾਏਗਾ। ਬਾਬਾ ਕਬੀਰ ਸਾਹਿਬ ਕਹਿੰਦੇ ਮੈਨੂੰ ਤੇ ਰੱਬ ਦੀ ਪ੍ਰਾਪਤੀ ਮਗਰ ਦੀ ਧਰਤੀ ਤੋਂ ਹੋਈ ਹੈ, ਮੈਨੂੰ ਤੇ ਰੱਬ ਮਿਲਿਆ ਹੀ ਇੱਥੇ ਕਰਕੇ ਹੈ। ਧਰਤੀ ਕੋਈ ਵੀ ਚੰਗੀ ਨਹੀਂ, ਧਰਤੀ ਕੋਈ ਵੀ ਮਾੜੀ ਨਹੀਂ, ਫੈਸਲਾ ਸਿਰਫ ਬੰਦੇ ਦੇ ਆਪਣੇ ਕੀਤੇ ਹੋਏ ਕਰਮਾਂ 'ਤੇ ਹੁੰਦਾ ਹੈ। ਜਿਹੜਾ ਅੱਜ ਦਾ ਸ਼ਲੋਕ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਸ਼ਲੋਕ ਵਿੱਚ ਬੜੀ ਪਿਆਰੀ ਸਾਨੂੰ ਵਿਚਾਰ ਦਿੰਦੇ ਨੇ। ਇਸ ਸ਼ਲੋਕ ਦੀਆਂ ਅਖੀਰਲੀਆਂ ਪੰਕਤੀਆਂ ਵਿੱਚ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਕਹਿੰਦੇ ਨਾਨਕ ਜਿਨ ਕਰਤੈ ਕਾਰਨ ਕੀਆ। ਜਿਸ ਕਰਤੇ ਨੇ, ਹੇ ਨਾਨਕ ਜਿਸ ਕਰਤੇ ਨੇ ਇਸ ਵਿਧ ਨੂੰ ਤਿਆਰ ਕੀਤਾ ਹੈ, ਜਿਸ ਕਰਤੇ ਨੇ ਇਸ ਜੁਗਤੀ ਨੂੰ ਤਿਆਰ ਕੀਤਾ। ਨਾਨਕ ਜਿਨ ਕਰਤੈ ਕਾਰਨ ਕੀਆ ਸੋ ਜਾਣੈ ਕਰਤਾਰ। ਉਹ ਕਰਤਾਰ ਆਪੇ ਇਹਨਾਂ ਚੀਜ਼ਾਂ ਨੂੰ ਜਾਣਦਾ ਹੈ। ਸਾਨੂੰ ਫਿਕਰ ਕਰਨ ਦੀ ਲੋੜ ਨਹੀਂ ਵੀ ਅਸੀਂ ਕਿਹੜੀ ਜੂਨ ਵਿੱਚ ਪੈਣਾ ਹੈ। ਹੁਣ ਅੱਗੇ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹੜੀ ਵਿਚਾਰ ਸ਼ਲੋਕ ਵਿੱਚ ਸਾਂਝੀ ਕੀਤੀ ਹੈ ਨਾ, ਉਹ ਇੱਕ ਵਿਅੰਗ ਦੇ ਰੂਪ ਦੇ ਵਿੱਚ ਕੀਤੀ ਹੈ। ਮਹਾਰਾਜ ਕਹਿੰਦੇ ਨੇ ਮਿੱਟੀ ਮੁਸਲਮਾਨ ਕੀ ਪੀੜੇ ਪਈ ਘੁਮਿਆਰ। ਹੁਣ ਧਿਆਨ ਨਾਲ ਸੁਣਿਓ ਇਸ ਚੀਜ਼ ਨੂੰ। ਮੁਸਲਮਾਨਾਂ ਦੇ ਵਿੱਚ ਜਦੋਂ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਤੇ ਉਹਨੂੰ ਜ਼ਮੀਨ ਦੇ ਵਿੱਚ ਦਫਨਾ ਦਿੱਤਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੁਸਲਮਾਨ ਨੂੰ ਜ਼ਮੀਨ ਦੇ ਵਿੱਚ ਦਫਨਾ ਦਿੱਤਾ। ਹੁਣ ਜਿਹੜੀ ਜ਼ਮੀਨ ਦੇ ਵਿੱਚ ਦਫਨਾਇਆ ਉੱਥੋਂ ਦੀ ਮਿੱਟੀ ਬੜੀ ਚੀਕਣੀ ਸੀ। ਚੀਕਣੀ ਮਿੱਟੀ ਘੁਮਿਆਰ ਦੇ ਵਾਸਤੇ ਭਾਂਡੇ ਬਣਾਉਣ ਦੇ ਕੰਮ ਆਉਂਦੀ ਹੈ।
ਜਿਹੜੇ ਮਿੱਟੀ ਦੇ ਭਾਂਡੇ ਤਿਆਰ ਕੀਤੇ ਜਾਂਦੇ ਨੇ ਇਹ ਚੀਕਣੀ ਮਿੱਟੀ ਦੇ ਤਿਆਰ ਕੀਤੇ ਜਾਂਦੇ ਨੇ, ਜਿਵੇਂ ਘੜਾ, ਝੱਜਰ, ਹੋਰ ਜਿਹੜੇ ਨਿੱਕੇ ਨਿੱਕੇ ਮਿੱਟੀ ਦੇ ਭਾਂਡੇ ਨੇ ਇਹ ਚੀਕਣੀ ਮਿੱਟੀ ਦੇ ਤਿਆਰ ਕੀਤੇ ਜਾਂਦੇ ਨੇ। ਘੁਮਿਆਰ ਕੀ ਕਰਦਾ ਹੈ, ਜਿਹੜੀ ਥਾਂ 'ਤੇ ਕਬਰਾਂ ਹੁੰਦੀਆਂ ਨੇ ਉੱਥੇ ਜਾਂਦਾ ਹੈ, ਉੱਥੋਂ ਜਾ ਕੇ ਉਹ ਮਿੱਟੀ ਨੂੰ ਆਪਣੇ ਨਾਲ ਲੈ ਕੇ ਉਹਨੂੰ ਫਿਰ ਗੁੰਨਦਾ ਹੈ, ਉਹਨੂੰ ਫਿਰ ਚੰਗੀ ਤਰ੍ਹਾਂ ਉਹਦੇ ਵਿੱਚ ਜਿਹੜੇ ਨਿੱਕੇ ਮੋਟੇ ਰੋੜ ਨੇ ਉਹਨਾਂ ਨੂੰ ਪਾਸੇ ਕਰੀ ਜਾਂਦਾ ਹੈ, ਗੁੰਨ ਕੇ ਤੇ ਐਨ ਬਰੀਕ ਉਹਨੂੰ ਕਰ ਲੈਂਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵੇਖੋ ਕਿੱਡੀ ਕਮਾਲ ਦੀ ਗੱਲ ਹੈ। ਮੁਸਲਮਾਨ ਕਹਿੰਦਾ ਹੈ ਮੁਰਦੇ ਨੂੰ ਜ਼ਮੀਨ ਵਿੱਚ ਦਫਨਾਉਣ ਨਾਲ ਕਿਆਮਤ ਦਾ ਦਿਨ ਆਏਗਾ ਤੇ ਇਹ ਸਵਰਗਾਂ ਨੂੰ ਚਲਾ ਜਾਏਗਾ, ਪਰ ਅਸੀਂ ਅੱਖਾਂ ਦੇ ਨਾਲ ਕੁਝ ਹੋਰ ਵੇਖ ਰਹੇ ਹਾਂ। ਮਿੱਟੀ ਮੁਸਲਮਾਨ ਕੀ, ਮੁਸਲਮਾਨ ਦੀ ਕਬਰ ਦੀ ਮਿੱਟੀ ਪੇੜੇ ਪਈ ਘੁਮਿਆਰ ਦੇ ਵੱਸ ਵਿੱਚ ਪੈ ਗਈ, ਘੁਮਿਆਰ ਦੇ ਕੋਲ ਆ ਗਈ। ਕੀ ਹੋਇਆ ਕਿ ਤੇ ਘੜ ਭਾਂਡੇ ਉਹਨੇ ਉਸ ਮਿੱਟੀ ਤੋਂ ਬਰਤਨ ਤਿਆਰ ਕੀਤੇ, ਭਾਂਡਿਆਂ ਨੂੰ ਘੜਿਆ ਬਣਾਇਆ, ਆਟੇ ਨੂੰ ਗੁੰਨ ਕੇ ਪਾਵੇ ਦੇ ਉੱਪਰ ਪਾ ਕੇ ਉਹਨਾਂ ਬਰਤਨਾਂ ਦੀ ਇੱਕ ਸ਼ਕਲ ਤਿਆਰ ਕੀਤੀ। ਉਸੇ ਮਿੱਟੀ ਦੇ ਵਿੱਚ ਉਹਨੇ ਘੜੇ ਤਿਆਰ ਕਰ ਦਿੱਤੇ, ਉਸੇ ਮਿੱਟੀ ਦੇ ਵਿੱਚੋਂ ਉਹਨੇ ਕੱਪ ਤਿਆਰ ਕਰ ਦਿੱਤੇ, ਉਸੇ ਮਿੱਟੀ ਦੇ ਵਿੱਚੋਂ ਉਹਨੇ ਪਾਣੀ ਵਾਲੀਆਂ ਝੱਜਰਾਂ ਤਿਆਰ ਕਰ ਦਿੱਤੀਆਂ, ਤਰ੍ਹਾਂ ਤਰ੍ਹਾਂ ਦੇ ਉਹਨੇ ਉਹਦੇ 'ਚੋਂ ਬਰਤਨ ਤਿਆਰ ਕਰ ਲਏ। ਮਿੱਟੀ ਕਿਹੜੀ ਸੀ? ਕਬਰਾਂ ਵਾਲੀ, ਕਿਉਂਕਿ ਮਿੱਟੀ ਸੀ ਚੀਕਣੀ। ਕਹਿੰਦੇ ਘੜ ਭਾਂਡੇ ਇੱਟਾਂ ਕੀਆਂ, ਤੇ ਜਿਹੜੀ ਬਾਕੀ ਦੀ ਮਿੱਟੀ ਬਚੀ ਉਹਦੀਆਂ ਇੱਟਾਂ ਬਣਾ ਲਈਆਂ। ਹੁਣ ਤੁਸੀਂ ਵੇਖਿਆ ਹੋਵੇਗਾ ਜਿਹੜੀਆਂ ਭੱਠੀਆਂ 'ਤੇ ਇੱਟਾਂ ਪਾਈਆਂ ਜਾਂਦੀਆਂ ਨੇ ਉਹ ਜਦੋਂ ਭੱਠੇ ਦੇ ਵਿੱਚ ਸਾੜੀਆਂ ਜਾਂਦੀਆਂ ਨੇ ਉਹਨੂੰ ਪਕਾਇਆ ਜਾਂਦਾ ਹੈ, ਅੱਗ ਦੇ ਉੱਪਰ ਰੱਖਿਆ ਜਾਂਦਾ ਹੈ, ਉਹ ਮਿੱਟੀ ਨਹੀਂ ਰਹਿੰਦੀ, ਉਹ ਇੱਕ ਇੱਟ ਸਖਤ ਰੂਪ ਧਾਰਨ ਕਰ ਜਾਂਦੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਘੜ ਭਾਂਡੇ ਇੱਟਾਂ ਕੀਆਂ, ਜਦੋਂ ਭਾਂਡੇ ਬਣਾ ਕੇ ਇੱਟਾਂ ਬਣਾ ਲਈਆਂ, ਜਲਦੀ ਕਰੇ ਪੁਕਾਰ, ਕਹਿੰਦੇ ਉਹ ਮਿੱਟੀ ਸੜਦੀ ਹੈ ਤੇ ਪੁਕਾਰ ਕਰਦੀ ਹੈ। ਹੁਣ ਮੁਸਲਮਾਨ ਨੂੰ ਜ਼ਮੀਨ ਵਿੱਚ ਇਸ ਕਰਕੇ ਦਫਨਾਇਆ ਸੀ, ਇਹ ਸਵਰਗਾਂ ਨੂੰ ਜਾਏਗਾ, ਕਿਆਮਤ ਦਾ ਦਿਨ ਆਏਗਾ, ਹਜ਼ਰਤ ਮੁਹੰਮਦ ਸਾਹਿਬ ਇਹਨਾਂ ਨੂੰ ਆਪਦੇ ਨਾਲ ਲੈ ਜਾਣਗੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜੇ ਤੁਸੀਂ ਉਹਨੂੰ ਜ਼ਮੀਨ ਵਿੱਚ ਦਫਨਾਇਆ ਤੇ ਜਦੋਂ ਉਹਦੇ ਸਰੀਰ ਦੀ ਮਿੱਟੀ ਬਣ ਗਈ ਤੇ ਮਿੱਟੀ ਉਹਦੀ ਤਾਂ ਫਿਰ ਅੱਗ ਦੇ ਹਵਾਲੇ ਹੋ ਗਈ, ਮਿੱਟੀ ਉਹਦੀ ਤਾਂ ਫਿਰ ਅੱਗ ਦੇ ਹਵਾਲੇ ਹੋ ਗਈ, ਉਹ ਤਾਂ ਫਿਰ ਅੱਗ ਦੇ ਹਵਾਲੇ ਪਿਆ ਰਿਹਾ। ਫਿਰ ਤੁਸੀਂ ਮੁਸਲਮਾਨ ਨੂੰ ਜ਼ਮੀਨ ਦੇ ਵਿੱਚ ਦਫਨਾ ਕੇ ਇਸ ਗੱਲ ਦਾ ਦਾਅਵਾ ਕਿੱਦਾਂ ਕਰਦੇ ਹੋ ਵੀ ਹੁਣ ਸਵਰਗਾਂ ਤੱਕ ਪਹੁੰਚ ਜਾਏਗਾ? ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ, ਮਿੱਟੀ ਸੜਦੀ ਹੈ ਤੇ ਪੁਕਾਰ ਕਰਦੀ ਹੈ। ਅੱਗੇ ਫਿਰ ਮਹਾਰਾਜ ਕਹਿੰਦੇ ਜਲ ਰੋਵੈ ਬਪੜੀ, ਜਦੋਂ ਮਿੱਟੀ ਸੜਦੀ ਹੈ ਤੇ ਸੜਦੀ ਰੋਂਦੀ ਹੈ ਵਿਚਾਰੀ, ਸੜਦੀ ਉਹ ਇਸ ਗੱਲ ਕਰਕੇ ਰੋਂਦੀ ਹੈ ਵੀ ਇੰਨੇ ਸੇਕ ਦੇ ਉੱਪਰ ਮੈਨੂੰ ਪਾ ਦਿੱਤਾ, ਇੰਨੀ ਕਠਿਨ ਘਾਲਣਾ ਦੇ ਵਿੱਚੋਂ ਮੈਨੂੰ ਲੰਘਣਾ ਪੈ ਰਿਹਾ ਹੈ। ਜਲ ਰੋਵੈ ਬਪੜੀ, ਝੜ ਪਵੇ ਅੰਗਿਆਰ, ਤੇ ਉਸ ਮਿੱਟੀ ਦੇ ਵਿੱਚੋਂ ਅੰਗਿਆਰ ਫਿਰ ਝੜ ਕੇ ਪੈਂਦੇ ਨੇ। ਜਦੋਂ ਇੱਟਾਂ ਭੱਠੇ ਵਿੱਚ ਪਕਾਈਆਂ ਜਾਂਦੀਆਂ ਨੇ ਕਿੰਨਾ ਸੇਕ ਹੁੰਦਾ ਹੈ ਭੱਠੇ ਵਿੱਚ, ਉਸ ਸੇਕ ਦੇ ਨਾਲ ਇੱਟਾਂ ਫਿਰ ਸਖਤ ਤੇ ਠੋਸ ਰੂਪ ਧਾਰਨ ਕਰ ਜਾਂਦੀਆਂ ਨੇ। ਮਹਾਰਾਜ ਕਹਿੰਦੇ ਨੇ ਵੇਖੋ ਜਿਸ ਨੂੰ ਜ਼ਮੀਨ ਵਿੱਚ ਇਸ ਕਰਕੇ ਦਫਨਾਇਆ ਸੀ ਵੀ ਸਵਰਗਾਂ ਨੂੰ ਜਾਏਗਾ, ਇਹ ਜਿਹੜੀ ਸਰੀਰ ਦੀ ਮਿੱਟੀ ਹੈ ਇਹ ਤਾਂ ਫੇਰ ਸੜ ਗਈ, ਤੁਹਾਡਾ ਮੁਰਦੇ ਨੂੰ ਜ਼ਮੀਨ ਵਿੱਚ ਦਫਨਾਏ ਦਾ ਫਿਰ ਕੀ ਫਾਇਦਾ ਹੈ? ਇਹ ਚੀਜ਼ਾਂ ਵੈਸੇ ਸਾਡੇ 'ਤੇ ਵੀ ਲਾਗੂ ਹੁੰਦੀਆਂ ਨੇ। ਸਾਡੇ ਵੀ ਨਾ ਬਹੁਤ ਸਾਰੇ ਕਰਮ ਕਾਂਡ ਮੌਤ ਦੇ ਨਾਲ ਜੁੜੇ ਹੋਏ ਨੇ। ਜਦੋਂ ਅਸੀਂ ਸਿੱਖ ਰਹਿਤ ਮਰਿਆਦਾ ਪੜ੍ਹੀਏ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਪੜ੍ਹੀਏ, ਅਕਾਲ ਤਖਤ ਸਾਹਿਬ ਵੱਲੋਂ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਨੂੰ ਪੜ੍ਹੀਏ, ਅਤੇ ਉੱਥੇ ਇਸ ਗੱਲ ਦਾ ਜ਼ਿਕਰ ਸਾਨੂੰ ਮਿਲ ਜਾਂਦਾ ਵੀ ਮੁਰਦੇ ਨੂੰ ਭਾਵੇਂ ਤੁਸੀਂ ਜ਼ਮੀਨ ਵਿੱਚ ਦਫਨਾ ਦਿਓ, ਭਾਵੇਂ ਤੁਸੀਂ ਮੁਰਦੇ ਨੂੰ ਲੱਕੜਾਂ ਦੇ ਵਿੱਚ ਸਾੜ ਦਿਓ, ਅੱਗ ਦੇ ਹਵਾਲੇ ਕਰ ਦਿਓ, ਅਤੇ ਭਾਵੇਂ ਤੁਸੀਂ ਮੁਰਦੇ ਨੂੰ ਪਾਣੀ ਵਿੱਚ ਵਹਾ ਦਿਓ, ਸਿਰਫ ਇੱਕੋ ਤਰੀਕਾ ਹੋਣਾ ਚਾਹੀਦਾ ਹੈ ਵੀ ਇਹਦੇ ਸਰੀਰ ਦਾ ਕੋਈ ਨਾ ਕੋਈ ਕਿਰਿਆ ਜਾਂ ਅੰਤਮ ਸੰਸਕਾਰ ਇੱਦਾਂ ਦਾ ਹੋਣਾ ਚਾਹੀਦਾ ਵੀ ਇਹਦੀ ਜਿਹੜੀ ਲਾਸ਼ ਹੈ, ਜਿਹੜਾ ਇਹਦਾ ਸਰੀਰ ਹੈ, ਕਿਤੇ ਰੁਲਦਾ ਨਾ ਫਿਰੇ। ਉਹਦਾ ਇੱਕੋ ਹੀ ਮਤਲਬ ਹੈ, ਬਾਕੀ ਕੋਈ ਸਵਰਗਾਂ ਦਾ ਕੋਈ ਨਰਕਾਂ ਦਾ ਇੱਦਾਂ ਚੱਕਰ ਨਹੀਂ ਵੀ ਅੱਗ ਵਿੱਚ ਸਾੜਨ ਕਰਕੇ ਸਵਰਗਾਂ ਵਿੱਚ ਜਾਏਗਾ, ਜ਼ਮੀਨ ਵਿੱਚ ਦਫਨਾਉਣ ਕਰਕੇ ਨਰਕਾਂ ਵਿੱਚ ਜਾਏਗਾ, ਇੱਦਾਂ ਦਾ ਕੋਈ ਚੱਕਰ ਨਹੀਂ। ਇਹ ਸਿੱਖ ਰਹਿਤ ਮਰਿਆਦਾ ਵਿੱਚ ਗੱਲਾਂ ਦਰਜ ਨੇ। ਫਿਰ ਉਸ ਤੋਂ ਬਾਅਦ ਜਦੋਂ ਪ੍ਰਾਣੀ ਚੜ੍ਹਾਈ ਕਰਦਾ ਹੈ, ਸਾਡੇ ਕਈ ਤਰ੍ਹਾਂ ਦੇ ਕਰਮਕਾਂਡ ਕੀਤੇ ਜਾਂਦੇ ਨੇ। ਜਦੋਂ ਹੱਡੀਆਂ ਚੁਗੀਆਂ ਜਾਂਦੀਆਂ ਨੇ, ਜਿਹਨੂੰ ਅਸੀਂ ਫੁੱਲ ਕਹਿੰਦੇ ਹਾਂ, ਫੁੱਲ ਚੁਗੇ ਜਾਂਦੇ ਨੇ, ਫਿਰ ਉਹਨੂੰ ਕੱਚੀ ਲੱਸੀ ਦੇ ਵਿੱਚ ਪਹਿਲਾਂ ਧੋਤਾ ਜਾਂਦਾ ਹੈ, ਫਿਰ ਉਹਦੇ ਵਿੱਚੋਂ ਰਾਖ ਅਲੱਗ ਕੀਤੀ ਜਾਂਦੀ ਹੈ, ਫਿਰ ਉਹਨੂੰ ਕਿਤੇ ਜਾਂ ਤਾਂ ਕੀਰਤਪੁਰ ਸਾਹਿਬ ਪਾ ਕੇ ਆਉਂਦੇ ਨੇ, ਜਾਂ ਫਿਰ ਗੋਇੰਦਵਾਲ ਸਾਹਿਬ ਜਾਂ ਹਰੀਕੇ ਹੈਡ 'ਤੇ ਇਸ ਤਰ੍ਹਾਂ ਪਾ ਕੇ ਆਇਆ ਜਾਂਦਾ ਹੈ। ਸਿੱਖ ਰਹਿਤ ਮਰਿਆਦਾ ਪੜ੍ਹੋ, ਉਹਦੇ ਵਿੱਚ ਉਹਨਾਂ ਨੇ ਇਹਨਾਂ ਗੱਲਾਂ ਦੇ ਬਕਾਇਦਾ ਹਵਾਲੇ ਦਿੱਤੇ ਹੋਏ ਨੇ ਵੀ ਜਦੋਂ ਵੀ ਪ੍ਰਾਣੀ ਚੜ੍ਹਾਈ ਕਰਦਾ, ਜਦੋਂ
ਉਹਦੀਆਂ ਸਾਰੀਆਂ ਕਿਰਿਆਵਾਂ ਨਿਭਾ ਦਿੱਤੀਆਂ ਜਾਂਦੀਆਂ ਨੇ। ਜਿਹੜੀਆਂ ਬਾਕੀ ਬਚੀ ਹੋਈ ਰਾਖ ਅਤੇ ਹੱਡੀਆਂ ਨੇ, ਕਿਤੇ ਵੀ ਚੱਲ ਰਹੇ ਪਾਣੀ ਦੇ ਵਿੱਚ ਤੁਸੀਂ ਇਹਨਾਂ ਚੀਜ਼ਾਂ ਨੂੰ ਬਹਾ ਸਕਦੇ ਹੋ। ਇਹ ਗੱਲਾਂ ਪੰਡਿਤ ਕਹਿੰਦਾ ਸੀ, ਇਹਨੂੰ ਹਰਿਦੁਆਰ ਲੈ ਕੇ ਜਾਓ। ਪਹਿਲਾਂ ਲੋਕ ਹਰਿਦੁਆਰ ਲੈ ਕੇ ਜਾਂਦੇ ਹੁੰਦੇ ਸੀ ਹੱਡੀਆਂ ਨੂੰ, ਇਹਨੂੰ ਹਰਿਦੁਆਰ ਲੈ ਕੇ ਜਾਓ ਤਾਂ ਇਹਦੀ ਗਤੀ ਹੋਏਗੀ। ਫਿਰ ਮਰਨ ਤੋਂ ਬਾਅਦ ਕਈ ਤਰ੍ਹਾਂ ਦੇ ਕਰਮਕਾਂਡ ਕੀਤੇ ਜਾਂਦੇ ਨੇ। ਗੁਰਦੁਆਰੇ ਮੰਜਾ, ਕੌਲੀ, ਬਿਸਤਰਾ, ਚਮਚਾ ਸਾਰਾ ਕੁਝ ਦਾਨ ਕੀਤਾ ਜਾਂਦਾ ਹੈ। ਉਹਦੇ ਪਿੱਛੇ ਸਾਡੀ ਮਨਸ਼ਾ ਕੰਮ ਇਹ ਕਰਦੀ ਹੁੰਦੀ ਹੈ ਵੀ ਹੁਣ ਜਿਹੜਾ ਪ੍ਰਾਣੀ ਚੜ੍ਹਾਈ ਕਰ ਗਿਆ, ਸਾਰੀਆਂ ਚੀਜ਼ਾਂ ਉਹਦੇ ਤੱਕ ਪਹੁੰਚ ਜਾਣ। ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ ਜਦੋਂ ਇਸ ਗੱਲ ਦਾ ਹੀ ਨਹੀਂ ਪਤਾ, ਤੇ ਫਿਰ ਇਹ ਚੀਜ਼ਾਂ ਗੁਰਦੁਆਰੇ ਦਾਨ ਕਿਉਂ ਕੀਤੀਆਂ ਜਾਂਦੀਆਂ ਨੇ? ਫਿਰ ਤੁਸੀਂ ਵੇਖਿਆ ਹੋਵੇਗਾ ਗੁਰਦੁਆਰੇ ਦੇ ਉੱਪਰ ਪੱਖਿਆਂ ਦੇ ਉੱਪਰ ਵੀ ਨਾਂ ਲਿਖੇ ਹੁੰਦੇ ਨੇ, ਫਲਾਣਾ ਸਿੰਘ ਦੀ ਯਾਦ ਦੇ ਵਿੱਚ ਫਲਾਣਾ ਸਿੰਘ ਨੇ ਸੇਵਾ ਕਰਵਾਈ ਹੈ। ਘਰਾਂ ਦੇ ਵਿੱਚ ਵੀ ਅਸੀਂ ਇੱਦਾਂ ਕਰਦੇ, ਘਰਾਂ ਦੇ ਵਿੱਚ ਵੀ ਇਸ ਤਰ੍ਹਾਂ ਨਾਮ ਲਿਖ ਕੇ ਪੱਖੇ ਲਾਏ ਹੋਏ ਨੇ ਅਸੀਂ, ਗਲਾਸਾਂ ਦੇ ਨਾਂ ਲਿਖਿਆ ਜਾਂਦਾ ਹੈ। ਫਿਰ ਜਿਹੜਾ ਗੁਰਦੁਆਰੇ ਮੰਜਾ ਦੇ ਕੇ ਜਾਂਦੇ ਆ, ਉਹ ਬਿਰਲਾ ਜਾਂ ਵਾਣ ਦਾ ਉਣਿਆ ਹੁੰਦਾ ਹੈ, ਉਹ ਕੋਈ ਬਹੁਤਾ ਸੁਥਰਾ ਵੀ ਨਹੀਂ ਉਣਿਆ ਹੁੰਦਾ ਵੀ ਕਿਸੇ ਦੇ ਕੰਮ ਹੀ ਆ ਜਾਵੇ। ਜਿਹੜੀ ਰਜਾਈ ਦਿੱਤੀ ਜਾਂਦੀ ਹੈ ਉਹਦੇ ਵਿੱਚ ਵੀ ਥੋੜ੍ਹਾ ਜਿਹਾ ਰੂਪ ਪਾ ਕੇ ਤੇ ਉਹਨੂੰ ਅਸੀਂ ਗੁਰਦੁਆਰੇ ਦਾਨ ਕਰ ਜਾਂਦੇ ਹਾਂ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਗੁਰਮਤ ਨਹੀਂ, ਇਹ ਮਨਮਤ ਹੈ। ਇਹਨਾਂ ਚੀਜ਼ਾਂ ਦਾ ਗੁਰਮਤ ਨਾਲ ਕੋਈ ਸੰਬੰਧ ਨਹੀਂ। ਜਦੋਂ ਪ੍ਰਾਣੀ ਚੜ੍ਹਾਈ ਕਰਦਾ, ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਉਸ ਪ੍ਰਾਣੀ ਨੂੰ ਤੁਸੀਂ ਸ਼ਮਸ਼ਾਨ ਘਾਟ ਦੇ ਵਿੱਚ ਲਿਜਾ ਕੇ ਉਹਨੂੰ ਅਗਨ ਭੇਟ ਕਰ ਦਿਓ, ਅੱਗ ਦੇ ਹਵਾਲੇ ਕਰ ਦਿਓ। ਉਸ ਤੋਂ ਬਾਅਦ ਜਿਹੜਾ ਬਚੀ ਹੋਈ ਰਾਖ ਹੈ, ਜਿਹੜੀਆਂ ਉਹਦੀਆਂ ਹੱਡੀਆਂ ਨੇ, ਕਿਤੇ ਵੀ ਚੱਲ ਰਿਹਾ ਪਾਣੀ ਦੇ ਪ੍ਰਵਾਹ ਵਿੱਚ ਤੁਸੀਂ ਉਹਨਾਂ ਹੱਡੀਆਂ ਨੂੰ ਪਾ ਸਕਦੇ ਹੋ ਤਾਂ ਕਿ ਉਹਨਾਂ ਦੀ ਸੰਭਾਲ ਕੀਤੀ ਜਾ ਸਕੇ, ਰੁਲਦੀਆਂ ਨਾ ਰਹਿਣ। ਅਤੇ ਜੇ ਤੁਹਾਡੇ ਲਾਗੇ ਕਿਤੇ ਪਾਣੀ ਨਹੀਂ ਤੇ ਟੋਆ ਪੁੱਟ ਕੇ ਉਹਨਾਂ ਨੂੰ ਜ਼ਮੀਨ ਦੇ ਵਿੱਚ ਵੀ ਦਫਨਾਇਆ ਜਾ ਸਕਦਾ। ਇਹ ਸਿੱਖ ਰਹਿਤ ਮਰਿਆਦਾ ਵਿੱਚ ਹਵਾਲੇ ਦਰਜ ਨੇ। ਮਰਨ ਤੋਂ ਬਾਅਦ ਕੋਈ ਵੀ ਪ੍ਰਾਣੀ ਹੋਵੇ, ਫਿਰ ਜਿਹੜਾ ਮਰਨ ਤੋਂ ਬਾਅਦ ਪਾਠ ਰੱਖਿਆ ਜਾਂਦਾ ਹੈ, ਫਿਰ ਪਾਠ ਵਿੱਚ 3-4 ਵਾਰੇ ਸ਼ਬਦ ਬੋਲੇ ਜਾਂਦੇ ਨੇ, ਮਹਾਰਾਜ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ। ਜਿੰਨਾ ਚਿਰ ਬੰਦਾ ਜੀਂਦਾ ਰਿਹਾ ਉਹਨਾਂ ਚਿਰ ਬੰਦਾ ਗੁਰਦੁਆਰੇ ਆਇਆ ਨਹੀਂ, ਉਹਨਾਂ ਚਿਰ ਬੰਦਾ ਗੁਰੂ ਦਾ ਨਾਮ ਲੈਣ ਵਾਸਤੇ ਤਿਆਰ ਨਹੀਂ। ਹੁਣ ਵਿਛੜੀ ਹੋਈ ਰੂਹ ਨੂੰ ਮਹਾਰਾਜ ਆਪਣੇ ਚਰਨਾਂ ਵਿੱਚ ਕਿੱਦਾਂ ਨਿਵਾਸ ਬਖਸ਼ ਲੈਣ? ਜਦੋਂ ਜੀਂਦਾ ਰਿਹਾ ਆਖਣਾ ਬਾਣੀ ਪੜ੍ਹ ਲਓ, ਸਾਡੇ ਕੋਲ ਕਿੱਥੇ ਟਾਈਮ ਹੈ, ਇੰਨਾ ਟਾਈਮ ਥੋੜ੍ਹੀ ਲੱਗਦਾ। ਉਦੋਂ ਸਾਡੇ ਕੋਲ ਇਹ ਗੱਲਾਂ ਬਾਤਾਂ ਸਨ। ਹੁਣ ਜਦੋਂ ਮਰ ਗਿਆ ਤੇ ਅਸੀਂ ਅਰਦਾਸ ਕਰਦੇ ਹਾਂ, ਮਹਾਰਾਜ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ 2-3 ਵਾਰੀ ਅਰਦਾਸ ਕੀਤੀ ਜਾਂਦੀ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹੀਏ, ਸਤਿਗੁਰੂ ਜੀ ਕਹਿੰਦੇ ਨੇ, ਭਲਿਓ ਚਰਨ ਗੁਰੂ ਦੇ ਗੁਰੂ ਦਾ ਸ਼ਬਦ ਹੀ ਹੈ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਤੇ ਇਹਨਾਂ ਚਰਨਾਂ ਨੂੰ ਬੰਦੇ ਨੇ ਜੀਂਦੇ ਜੀ ਆਪਣੇ ਮਨ ਦੇ ਵਿੱਚ ਚਿਤਰਨਾ ਹੈ। ਫਿਰ ਜਦੋਂ ਮਰਨ ਤੋਂ ਬਾਅਦ ਪਾਠ ਕਰਵਾਇਆ ਜਾਂਦਾ ਹੈ, ਅਸੀਂ ਸੋਚਦੇ ਹਾਂ ਸ਼ਾਇਦ ਇਸ ਪਾਠ ਦਾ ਸੰਬੰਧ ਉਸ ਮੁਰਦੇ ਦੇ ਨਾਲ, ਪਾਠ ਦਾ ਸੰਬੰਧ ਉਹਦੇ ਨਾਲ ਨਹੀਂ ਹੈ। ਉਹ ਤਾਂ ਇਸ ਸੰਸਾਰ ਤੋਂ ਤੁਰ ਗਿਆ। ਉਹਦੇ ਪਿੱਛੇ ਸੇਧ ਅਸੀਂ ਲੈਣੀ ਹੈ ਵੀ ਹੁਣ ਅਸੀਂ ਸੰਸਾਰ ਦੇ ਵਿੱਚ ਜ਼ਿੰਦਗੀ ਕਿੱਦਾਂ ਜੀਣੀ ਹੈ, ਹੁਣ ਅਸੀਂ ਸੰਸਾਰ ਦੇ ਵਿੱਚ ਕਿਵੇਂ ਰਹਿਣਾ ਹੈ, ਹੁਣ ਅਸੀਂ ਸੰਸਾਰ ਵਿੱਚ ਕਿਸ ਸਲੀਕੇ ਨਾਲ, ਜਿਹੜੀਆਂ ਉਹ ਗਲਤੀਆਂ ਕਰਕੇ ਗਿਆ ਕਿਤੇ ਉਹ ਗਲਤੀਆਂ ਹੁਣ ਅਸੀਂ ਤਾਂ ਨਹੀਂ ਕਰੀਏ, ਕਿਤੇ ਉਹ ਗਲਤੀਆਂ ਹੁਣ ਸਾਡੇ ਜੀਵਨ ਵਿੱਚ ਤਾਂ ਨਹੀਂ। ਇਹ ਸਿੱਖਿਆ ਅਸੀਂ ਲੈਣੀ ਹੈ। ਜਦੋਂ ਘਰ ਦੇ ਵਿੱਚ ਪ੍ਰਾਣੀ ਦੇ ਚੜ੍ਹਾਈ ਕਰਨ ਤੋਂ ਬਾਅਦ ਪਾਠ ਰੱਖਿਆ ਜਾਂਦਾ, ਉਹਦਾ ਸੰਬੰਧ ਉਸ ਚੜ੍ਹਾਈ ਕਰ ਚੁੱਕੇ ਪ੍ਰਾਣੀ ਦੇ ਨਾਲ ਨਹੀਂ ਹੁੰਦਾ, ਉਹਦਾ ਸੰਬੰਧ ਸਾਡੇ ਨਾਲ ਹੁੰਦਾ ਹੈ। ਮੈਨੂੰ ਅੱਜ ਵੀ ਯਾਦ ਹੈ, ਇੱਕ ਵਾਰੀ ਕਿਸੇ ਥਾਂ 'ਤੇ ਕੋਈ ਪ੍ਰਾਣੀ ਚੜ੍ਹਾਈ ਕਰ ਗਿਆ ਅਤੇ ਉਹਨਾਂ ਨੇ ਨਾ ਬਾਹਰ ਆਪਣੇ ਜਿਸ ਕਮਰੇ ਦੇ ਵਿੱਚ ਪਾਠ ਰੱਖਿਆ ਹੋਇਆ ਸੀ, ਉਸ ਕਮਰੇ ਦੇ ਬਾਹਰ ਉਹਨਾਂ ਨੇ ਇੱਕ ਗੜਵਾ ਬਾਹਰ ਟੰਗਿਆ ਹੋਇਆ ਵਾਹਵਾ ਵੱਡਾ, ਅਤੇ ਉਹਦੇ ਉੱਪਰ ਇੱਕ ਕੱਪੜਾ ਵਲੇਟਿਆ ਹੋਇਆ, ਅਤੇ ਉਹ ਨਾਲ ਜਿਸ ਕਮਰੇ 'ਚ ਪਾਠ ਰੱਖਿਆ ਉੱਥੇ ਕਿੱਲੀ ਦੇ ਨਾਲ ਟੰਗਿਆ ਹੋਇਆ। ਅਤੇ ਅਸੀਂ ਉੱਥੇ ਜਾ ਕੇ ਪੁੱਛਿਆ ਜੀ ਇਹ ਕੀ ਹੈ? ਕਹਿੰਦੇ ਜਿਹੜਾ ਪ੍ਰਾਣੀ ਚੜ੍ਹਾਈ ਕਰ ਗਏ ਉਹਦੀਆਂ ਹੱਡੀਆਂ ਨੇ, ਉਹਦੇ ਫੁੱਲ ਨੇ। ਅਸੀਂ ਆਖਿਆ ਜੀ ਇਹ ਕਾਹਤੋਂ ਟੰਗੇ ਨੇ? ਕਹਿੰਦੇ ਜਿਹੜਾ ਪਾਠ ਕੀਤਾ ਜਾ ਰਿਹਾ ਨਾ ਪਾਠ, ਹੁਣ ਇਹ ਸਾਰੇ ਪਾਠ ਦਾ ਫਲ ਇਹਨਾਂ ਹੱਡੀਆਂ ਤੱਕ ਪਹੁੰਚੇਗਾ, ਅਤੇ ਹੱਡੀਆਂ ਤੱਕ ਪਹੁੰਚਣ ਤੋਂ ਬਾਅਦ ਫਿਰ ਜਿਹੜਾ ਪ੍ਰਾਣੀ ਚੜ੍ਹਾਈ ਕਰ ਗਿਆ, ਇਹ ਬਾਣੀ ਦਾ ਪ੍ਰਵਾਹ ਫਿਰ ਉੱਥੋਂ ਤੱਕ ਪਹੁੰਚੇਗਾ, ਅਤੇ ਬਾਣੀ ਦਾ ਪੜ੍ਹਿਆ ਸੁਣਿਆ ਜਿੰਨਾ ਵੀ ਫਲ ਹੈ ਨਾ, ਇਹ ਹੁਣ ਉਸ ਪ੍ਰਾਣੀ ਨੂੰ ਪ੍ਰਾਪਤ ਹੋਏਗਾ। ਅਸੀਂ ਇੱਦਾਂ ਸੋਚਦੇ ਹਾਂ। ਅਸੀਂ ਆਖਿਆ ਜੀ ਇਹ ਇਸ ਤਰ੍ਹਾਂ ਟੰਗਣ ਦੀ ਲੋੜ ਨਹੀਂ, ਵੀ ਇਹ ਤਾਂ ਗੁਰਮਤ ਨਹੀਂ, ਇਹ ਤਾਂ ਮਨਮਤ ਹੈ। ਜਿੰਨਾ ਚਿਰ ਬੰਦਾ ਜੀਂਦਾ ਸੀ ਉਹਨਾਂ ਚਿਰ ਕੀ ਕਰਦਾ ਰਿਹਾ ਸੀ? ਕਹਿੰਦੇ ਕੋਈ ਗੱਲ ਨਹੀਂ, ਇੱਥੇ ਪਿੰਡ ਦੇ ਵਿੱਚ ਰਹਿੰਦਾ ਸੀ, ਸ਼ਰਾਬ ਕੱਢ ਕੇ ਤੇ ਲੋਕਾਂ ਨੂੰ ਵੇਚਿਆ ਕਰਦਾ ਸੀ। ਜਿੰਨਾ ਚਿਰ ਜੀਂਦਾ ਸੀ ਉਹਨਾਂ ਚਿਰ ਆਹ ਕੰਮ ਕਰਦਾ ਸੀ। ਜਦੋਂ ਚੜ੍ਹਾਈ ਕਰ ਗਿਆ ਉਸ ਤੋਂ ਬਾਅਦ ਉਹਦੀਆਂ ਹੱਡੀਆਂ ਨੂੰ ਪਾਠ ਸੁਣਾਇਆ ਜਾ ਰਿਹਾ। ਪਤਾ ਨਹੀਂ ਕਿਹੜੇ ਕਿਹੜੇ ਕਰਮ ਕਾਂਡਾਂ ਦੇ ਵਿੱਚ ਅਸੀਂ ਫਸੇ ਹਾਂ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਮੁਰਦੇ ਨੂੰ ਜਿਸ ਤਰੀਕੇ ਨਾਲ ਬੰਦਾ ਮਰਜ਼ੀ ਜ਼ਮੀਨ ਦੇ ਵਿੱਚ ਦਫਨਾਵੇ, ਭਾਵੇਂ ਅੱਗ ਦੇ ਹਵਾਲੇ ਕਰ ਦੇਵੇ, ਭਾਵੇਂ ਪਾਰਸੀਆਂ ਦੇ ਵਾਂਗੂ ਕਾਵਾਂ ਦੇ ਨਾਲ ਖਵਾ ਦਿੱਤੇ ਜਾਣ, ਸਤਿਗੁਰੂ ਜੀ ਕਹਿੰਦੇ ਨੇ ਇਹਨਾਂ ਚੀਜ਼ਾਂ ਨਾਲ ਬੰਦਿਆ ਤੇਰੀ ਗਤੀ ਨਹੀਂ ਹੋਣੀ। ਇਹ ਸਭ ਚੀਜ਼ਾਂ ਸੰਸਾਰ ਦੇ ਵਿੱਚ ਕੇਵਲ ਇੱਕ ਅਡੰਬਰ ਨੇ। ਸ਼ਲੋਕ ਦੀਆਂ ਅਖੀਰਲੀਆਂ ਪੰਕਤੀਆਂ ਵਿੱਚ ਮਹਾਰਾਜ
ਫਿਰ ਸਾਨੂੰ ਇਸ ਬਾਤ ਵੱਲ ਇਸ਼ਾਰਾ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਨਾਨਕ ਜਿਨ ਕਰਤੈ ਕਾਰਨ ਕੀਆ, ਜਿੰਨੇ ਮਰਜ਼ੀ ਯਤਨ ਕਰ ਲਓ, ਜਿਹੜੀ ਵਿਧ ਕਰਤੇ ਨੇ ਬਣਾਈ ਹੈ ਉਸ ਵਿਧ ਦੇ ਮੁਤਾਬਕ ਕਰਤੇ ਨੇ ਆਪੇ ਫੈਸਲਾ ਕਰ ਲੈਣਾ ਹੈ। ਨਾਨਕ ਜਿਨ ਕਰਤੈ ਕਾਰਨ ਕੀਆ ਸੋ ਜਾਣੈ ਕਰਤਾਰ। ਉਹ ਕਰਤਾਰ ਸਾਰੀਆਂ ਗੱਲਾਂ ਨੂੰ ਜਾਣਦਾ ਹੈ। ਉਹਨੂੰ ਜ਼ਮੀਨ ਵਿੱਚ ਦਫਨਾਉਣ ਨਾਲ ਗਤੀ ਨਹੀਂ ਹੋਣੀ, ਉਹਨੂੰ ਅੱਗ ਵਿੱਚ ਸਾੜਨ ਨਾਲ ਕੋਈ ਫਰਕ ਨਹੀਂ ਪੈਣਾ, ਉਹਨੂੰ ਖੂਹ 'ਤੇ ਰੱਖ ਕੇ ਅਤੇ ਕਾਵਾਂ ਦੇ ਹਵਾਲੇ ਕਰਨ ਨਾਲ ਉਹਨੂੰ ਕੋਈ ਫਰਕ ਨਹੀਂ ਪੈਣਾ। ਜਿੰਨਾ ਚਿਰ ਅਸੀਂ ਜੀਂਦੇ ਹਾਂ, ਅਸੀਂ ਜੀਂਦੇ ਜੀ ਆਪਣੀ ਜ਼ਿੰਦਗੀ ਨੂੰ ਸੁਧਾਰਨਾ ਹੈ, ਜੀਂਦੇ ਜੀ ਆਪਣੀ ਜ਼ਿੰਦਗੀ ਦੇ ਵਿੱਚ ਸੁਧਾਰ ਲੈ ਕੇ ਆਉਣਾ ਹੈ। ਇਹੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੇ ਸਾਨੂੰ ਸਮਝਾਇਆ ਹੈ। ਮਰਨ ਤੋਂ ਬਾਅਦ ਦੀਆਂ ਗੱਲਾਂ ਛੱਡ ਕੇ ਜੀਂਦੇ ਜੀ ਆਪਣੇ ਜੀਵਨ ਨੂੰ ਸਵਾਰਨ ਵਾਲੇ ਪਾਸੇ ਅਸੀਂ ਸਾਰਿਆਂ ਨੇ ਤੁਰਨਾ ਹੈ। ਸੋ ਇਤਨੀਆਂ ਕੁ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ ਵਡਿਆਈ ਗੁਰੂ ਦੀ। ਜੇ ਕੋਈ ਬੋਲ ਚੰਗਾ ਲੱਗਾ ਹੋਵੇ ਗੁਰੂ ਦਾ ਜਾਣ ਕੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਨਾ ਜੀ। ਆਪ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰੀਆਂ ਨੇ। ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।